ਸਤਿ ਸ਼੍ਰੀ ਅਕਾਲ ਬੱਚਿਓ ਅੱਜ ਆਪਾਂ ਗਵਰਨਰ ਜਨਰਲ ਵਾਇਸਰਾਏ ਦਾ ਭਾਗ ਦੂਸਰਾ ਦੇਖਣਾ ਹੈ। ਆਸ ਹੈ ਵੀ ਤੁਹਾਨੂੰ ਭਾਗ ਪਹਿਲਾ ਬਹੁਤ ਹੀ ਚੰਗੇ ਤਰੀਕੇ ਨਾਲ ਸਮਝ ਲੱਗਿਆ ਹੋਊਗਾ ਤੇ ਐਜ਼ ਏ ਸਟੋਰੀ ਆਪਾਂ ਭਾਗ ਦੂਸਰੇ ਨੂੰ ਜਿਹੜੇ ਰਹਿੰਦੇ ਨੇ ਗਵਰਨਰ ਜਨਰਲ ਅੱਜ ਖਤਮ ਕਰ ਦਾਂਗੇ। ਬੱਚਿਓ ਕੁਛ ਕੁ ਬੱਚਿਆਂ ਦੀ ਇਹ ਸੀ ਕੱਲ ਵੀਡੀਓ ਵੱਡੀ ਸੀ। ਹਾਂ ਬਿਲਕੁਲ ਬੱਚਿਓ, ਇਹਦੇ ਵਿੱਚ ਦਿੱਕਤ ਇਹ ਸੀ ਵੀ ਆਪਾਂ ਇਹਨੂੰ ਲਿਮਟਿਡ ਸਮੇਂ ਦੇ ਵਿੱਚ ਹੀ ਖਤਮ ਕਰ ਦਈਏ, ਤੁਹਾਡੇ ਕੰਸੈਪਟ 1 ਜਾਂ 2 ਵੀਡੀਓ 'ਚ ਕਲੀਅਰ ਹੋ ਜਾਣ। ਤੇ ਬੱਚਿਓ ਤੁਸੀਂ 1 ਘੰਟੇ ਦੇ ਵਿੱਚ ਕੱਲ ਬਹੁਤ ਕੁਝ ਸਿੱਖਿਆ ਤੇ ਅੱਜ ਆਪਾਂ ਇਸ ਵਾਇਸਰਾਏ ਨੂੰ ਜਿਹੜੇ ਰਹਿੰਦੇ ਨੇ ਬਾਕੀ ਗਵਰਨਰ ਜਨਰਲ ਇਹਨਾਂ ਨੂੰ ਪੂਰਾ ਕਰਾਂਗੇ। ਤੋ ਚਲੋ ਬੱਚਿਓ ਆਓ ਸ਼ੁਰੂ ਕਰੀਏ ਬਿਨਾਂ ਟਾਈਮ ਵੇਸਟ ਕੀਤੇ। ਬੱਚਿਓ ਕੱਲ ਆਪਾਂ ਨੇ ਨਾਰਥਬਰੁੱਕ ਕਰ ਲਿਆ ਸੀ। ਤੁਹਾਨੂੰ ਮੈਂ ਦੱਸ ਦਿੱਤਾ ਸੀ ਵੀ ਪੰਜਾਬ ਦੇ ਵਿੱਚ ਕੂਕਾ ਅੰਦੋਲਨ ਸਵੇਰ ਨਹਿਰ ਖੁੱਲ੍ਹਣ ਦੇ ਕਰਕੇ ਇਹ ਆਪਾਂ ਭਾਗ ਨੰਬਰ ਪਹਿਲੇ ਦੇ ਵਿੱਚ ਹੀ ਦੇਖ ਲਿਆ ਨਾਰਥਬਰੁੱਕ ਦੇ ਬਾਰੇ। ਬੱਚਿਓ ਅੱਜ ਆਪਣਾ ਜਿਹੜਾ ਗਵਰਨਰ ਜਨਰਲ ਆ ਭਾਗ ਦੂਜੇ ਦਾ ਪਹਿਲਾ ਉਹ ਹੈਗਾ ਲਾਰਡ ਲਿਟਨ। ਬੱਚਿਓ ਪਹਿਲਾਂ ਤਾਂ ਤੁਹਾਡੇ ਦਿਮਾਗ ਦੇ ਵਿੱਚ 1876 ਤੋਂ 1880 76 ਤੋਂ 80 1876 ਤੋਂ 1880 ਕੌਣ ਆਇਆ? ਲਾਰਡ ਲਿਟਨ। ਬੱਚਿਓ ਤੁਸੀਂ ਇਹਨੂੰ ਇਮੈਜੀਨੇਸ਼ਨ ਕਰੋ, ਇਹਨਾਂ ਦੀ ਤਸਵੀਰ ਨੂੰ ਦੇਖੋ ਤਾਂ ਕਿ ਤੁਹਾਡੇ ਇਮੈਜੀਨੇਸ਼ਨ ਪਕੜ ਅੱਛੀ ਹੋਵੇ। ਲਾਰਡ ਲਿਟਨ। ਬੱਚਿਓ ਸਭ ਤੋਂ ਪਹਿਲਾਂ ਇਹਦਾ ਕੰਮ ਹੈ ਵਰਨਾਕੂਲਰ ਪ੍ਰੈਸ ਐਕਟ। 1878 ਦੇ ਵਿੱਚ ਇਹਨੇ ਵਰਨਾਕੂਲਰ ਪ੍ਰੈਸ ਐਕਟ ਲਾਗੂ ਕੀਤਾ ਸੀ। ਬੱਚਿਓ ਵਰਨਾਕੂਲਰ ਸ਼ਬਦ ਨੂੰ ਸਮਝੋ ਪਹਿਲਾਂ ਤਾਂ। ਇਹਦਾ ਸ਼ਬਦ ਦਾ ਅਰਥ ਹੁੰਦਾ ਹੈ ਖੇਤਰੀ, ਰੀਜਨਲ। ਖੇਤਰੀ ਜਿਹੜਾ ਪ੍ਰੈਸ ਐਕਟ ਜੇ ਆਪਾਂ ਕਹਿ ਲਈਏ ਵੀ ਆਪਾਂ ਇਸ ਐਕਟ ਦੇ ਅਧੀਨ, ਇਸ ਕਾਨੂੰਨ ਦੇ ਅਧੀਨ ਜਿਹੜੇ ਪ੍ਰੈਸ ਨੂੰ, ਸਾਹਿਤ ਨੂੰ, ਅਖਬਾਰਾਂ ਨੂੰ, ਕਿਤਾਬਾਂ ਨੂੰ ਛਾਪਣ ਦੀ, ਪਬਲਿਸ਼ਿੰਗ ਕਰਨ ਦੀ ਉਹ ਖੇਤਰੀ ਤੌਰ 'ਤੇ ਐਕਟ ਪਾਸ ਕਰ ਦਿੱਤਾ ਸੀ ਇਹਨਾਂ ਨੇ, ਵਰਨਾਕੂਲਰ ਪ੍ਰੈਸ ਐਕਟ 1878। ਬਹੁਤ ਇੰਪੋਰਟੈਂਟ ਫੈਕਟ ਹੈ ਬੱਚਿਓ ਇਹਦਾ। ਇੱਕ ਦੂਸਰਾ ਬੱਚਿਓ ਇਹਦਾ ਫੈਕਟ ਹੈ ਸਿਵਲ ਸੇਵਾ। UPSC ਆਪਾਂ ਪੰਜਾਬੀ ਭਾਸ਼ਾ ਦੇ ਠੇਠ ਪੰਜਾਬੀ ਵਿੱਚ DC ਲੱਗਣ ਵਾਸਤੇ ਸਿਵਲ ਸੇਵਾ ਦੀ ਜਿਹੜੀ ਉਮਰ ਸੀ 21 ਤੋਂ ਘਟਾ ਕੇ 19 ਕਰਤੀ ਸੀ। ਬੱਚਿਓ ਇਹਦੇ ਵਿੱਚ ਥੋੜ੍ਹੀ ਜਿਹੀ ਇਹਨੇ ਚਲਾਕੀ ਕਰਨ ਦੀ ਕੋਸ਼ਿਸ਼ ਇਹ ਕੀਤੀ ਵੀ ਆਪਣੇ ਜਿਹੜੇ ਭਾਰਤੀ ਸੀ ਉਹ ਕਰੈਕ ਕਰਨ ਲੱਗ ਗਏ ਸੀ UPSC। ਉਸ ਟਾਈਮ ਵੀ ICS ਹੁੰਦਾ ਸੀ ਬੱਚਿਓ ਉਸ ਟਾਈਮ ਉਸਨੂੰ ਇੰਡੀਅਨ ਸਿਵਲ ਸਰਵਿਸ ਆਪਾਂ ਕਹਿ ਲਈਏ ਤਾਂ ਇਸ ਦੀ ਆਪਣੇ ਜਿਵੇਂ ਸਤਿੰਦਰ ਨਾਥ ਬੈਨਰਜੀ ਤੁਸੀਂ ਪੜ੍ਹੋਗੇ ਅਤੇ ਉਸਨੇ ਇਸ ਨੂੰ ਕਰੈਕ ਕਰਤਾ ਸੀ ਬੱਚਿਓ। ਜਾਣੀ ਕਿ ਭਾਵ ਕਿ ਉਸ ਵੇਲੇ ਪੇਪਰ ਵੀ ਕਲੀਅਰ ਕਰਨ ਲੱਗ ਗਏ ਸੀ ਆਪਣੇ ਭਾਰਤੀ ਲੋਕ। ਉਹ ਇੰਟੈਲੀਜੈਂਸ ਲੋਕ ਸੀ ਪਰ ਇਸ ਨੇ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਦੀ ਉਮਰ ਘਟਾ ਕੇ 19 ਸਾਲ ਕੀਤੀ ਜਾਵੇ, ਕਿਉਂਕਿ ਉਸ ਵੇਲੇ ਵੀ ਬੱਚਿਓ ਜਿਹੜਾ ਸਿਵਲ ਸੇਵਾ ਪ੍ਰੀਖਿਆ ਹੁੰਦੀ ਸੀ ਉਹ ਇੰਗਲਿਸ਼ ਦੇ ਵਿੱਚ ਹੀ ਹੁੰਦੀ ਸੀ। ਤਾਂ ਭਾਰਤੀ ਇੰਗਲਿਸ਼ ਦੇ ਵਿੱਚ ਵੀ ਉਸ ਸਮੇਂ ਕਰੈਕ ਕਰਨ ਲੱਗ ਗਏ ਸੀ ਬੱਚਿਓ। ਇਹ ਦੇਖ ਲਓ ਤੁਸੀਂ 1978 ਦੀ ਗੱਲ ਹੈ। ਤਾਂ ਅੱਜ ਵੀ ਤੁਸੀਂ UPSC ਦਾ ਜੇ ਪੇਪਰ ਦੇਖੋਗੇ ਜਾਂ IAS ਜਾਂ PCS ਬਣਨ ਦੀ ਕੋਸ਼ਿਸ਼ ਕਰੋਗੇ ਤਾਂ ਅੱਜ ਵੀ ਬਹੁਤ ਟਫ ਹੈ। ਤੋ ਬੱਚਿਓ ਇਹ ਯਾਦ ਰੱਖਣਾ ਵੀ 21 ਤੋਂ ਉਮਰ ਘਟਾ ਕੇ 19 ਕਿਹਨੇ ਕੀਤੀ? ਲਾਰਡ ਲਿਟਨ ਨੇ। ਬੱਚਿਓ ਇਹਦੇ ਕਾਲ ਦੇ ਦੌਰਾਨ ਇੱਕ ਹੋਰ ਕੰਮ ਹੋਇਆ, ਯੂਨੀਵਰਸਿਟੀ ਬਣੀ ਅਲੀਗੜ੍ਹ ਦੇ ਵਿੱਚ ਮੁਸਲਿਮ ਐਂਗਲੋ ਯੂਨੀਵਰਸਿਟੀ ਬਣੀ। ਇਹ ਯਾਦ ਰੱਖਣਾ ਬੱਚਿਓ। ਅਲੀਗੜ੍ਹ ਦੇ ਵਿੱਚ ਅਲੀਗੜ੍ਹ ਅੰਦੋਲਨ ਅਤੇ ਸਰ ਸਯਦ ਅਹਿਮਦ ਇਹਨਾਂ ਦੇ ਬਹੁਤ ਵੱਡੇ ਇਹਨਾਂ ਦੇ ਐਕਟੀਵਿਟੀ ਆ ਰਹੀਆਂ ਨੇ ਇੱਥੇ ਅਲੀਗੜ੍ਹ ਅੰਦੋਲਨ ਦੇ ਵਿੱਚ ਵੀ, ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਾਸਤੇ ਵੀ ਇਹਨਾਂ ਦੇ ਕੰਮ ਹੋਏ ਨੇ। ਅਤੇ ਦੂਸਰੀ ਬੱਚਿਓ ਇਹਨਾਂ ਦੇ ਦੌਰਾਨ ਨਾ ਇੱਕ ਇਹ ਕੰਮ ਹੋਇਆ ਵੀ 1 ਜਨਵਰੀ 1877 ਨੂੰ ਦਿੱਲੀ ਦਰਬਾਰ ਸਜਾਇਆ ਗਿਆ ਅਤੇ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਨੂੰ ਕੇਸਰੇ ਹਿੰਦ ਦੀ ਉਪਾਧੀ ਦਿੱਤੀ ਗਈ। ਇਹ ਬੱਚਿਓ ਬਹੁਤ ਵਾਰੀ ਪੁੱਛਿਆ ਗਿਆ ਕੁਐਸਚਨ ਵੀ ਮਹਾਰਾਣੀ ਵਿਕਟੋਰੀਆ ਨੂੰ ਕਿਹੜੀ ਉਪਾਧੀ ਦਿੱਤੀ ਗਈ? ਕੇਸਰੇ ਹਿੰਦ ਦੀ। ਜੇ ਤੁਹਾਨੂੰ ਪੁੱਛ ਲਿਆ ਕਦੋਂ ਦਿੱਤੀ ਗਈ? 1 ਜਨਵਰੀ 1877 ਦੀ ਗੱਲ ਹੈ। ਕਿਹਦੇ ਕਾਲ ਦੇ ਦੌਰਾਨ? ਲਾਰਡ ਲਿਟਨ। ਤਾਂ ਮੇਰੇ ਹਿਸਾਬ ਨਾਲ ਬੱਚੇ ਤੁਹਾਡੇ ਇਹ ਗੱਲ ਪੱਲੇ ਪੈ ਗਈ ਹੋਣੀ। ਅਗਲਾ ਫੈਕਟ ਆ ਬੱਚਿਓ, ਇਹ ਆਪਣੇ ਜਿਹੜੇ ਸਿੰਗਰ ਨੇ, ਆਪਣੇ ਕਲਾਕਾਰ ਜਿਹੜੇ ਆਪਾਂ ਨੂੰ ਲੈ ਲਿਆ ਲਾਇਸੈਂਸ ਤੇਰੇ ਯਾਰ ਨੇ ਨਹੀਂ, ਫਲਾਨਾ ਲਾਇਸੈਂਸ ਆਹ ਹੋ ਗਿਆ ਹਥਿਆਰ ਰੱਖਣ ਦਾ,
ਉਹੀ ਕੰਮ ਬੱਚੋ ਇਸੇ ਨੇ ਕੀਤਾ। 1878 ਦੇ ਵਿੱਚ ਬੱਚੋ ਇਹਨੇ ਭਾਰਤੀ ਸ਼ਾਸਤਰ ਐਕਟ ਪਾਸ ਕਰਤਾ। ਆਰਮ ਐਕਟ ਬੋਲਦੇ ਨੇ ਬੱਚੇ ਉਹਨੂੰ। 1878 ਦੇ ਵਿੱਚ ਇੱਕ ਤਾਂ ਵਰਨਾਕੁਲਰ ਪ੍ਰੈਸ ਐਕਟ ਕੀਤਾ ਸੀ, ਉਹ ਤਾਂ ਚਲ ਵਧੀਆ ਸੀ, ਪਰ ਇਹਨੇ ਐਕਟ ਆਰਮ ਐਕਟ, ਹਥਿਆਰ ਰੱਖਣ ਦਾ ਐਕਟ, ਉਹਦੇ ਵਿੱਚ ਬੱਚਿਓ ਲਾਇਸੈਂਸ ਲੈਣਾ ਜ਼ਰੂਰੀ ਕਰਤਾ। ਮੇਰੇ ਹਿਸਾਬ ਨਾਲ ਬੱਚਿਓ ਤੁਹਾਨੂੰ ਸਮਝ ਲੱਗ ਗਈ ਹੁਣ। ਕਲਾਕਾਰ ਵੀ ਸਿਖਾਉਂਦੇ ਨੇ, ਜਦੋਂ ਤੁਹਾਨੂੰ ਪੁੱਛ ਲਏ ਵੀ ਪਹਿਲੀ ਵਾਰੀ ਲਾਇਸੈਂਸ ਰੱਖਣ ਕਿਹਨੇ ਜ਼ਰੂਰੀ ਬਣਾਇਆ, ਉਹਦੇ ਪ੍ਰਤੀ ਕਾਨੂੰਨ ਕਿਹਨੇ ਤਿਆਰ ਕੀਤਾ, ਉਹ ਲਾਰਡ ਲਿਟਨ ਨੇ ਸੀ ਬੱਚਿਓ। ਵੀ ਜੇ ਉਹ ਵੀ ਹਥਿਆਰ ਰੱਖੂਗਾ, ਵਪਾਰ ਕਰੂਗਾ, ਤਾਂ ਹਥਿਆਰਾਂ ਦਾ ਉਸ ਨੂੰ ਲਾਇਸੈਂਸ ਲੈਣਾ ਜ਼ਰੂਰੀ ਹੋਊਗਾ। ਉਹ ਲਾਰਡ ਲਿਟਨ ਦੇ ਕਾਲ ਹੀ ਦੌਰਾਨ ਹੀ ਹੋਇਆ ਬੱਚੋ ਇਹ। ਤਾਂ ਬੱਚੋ ਆਪਾਂ ਰਿਪੀਟ ਕਰਦੇ ਦੁਬਾਰੇ। ਤਾਂ ਇੱਕ ਤਾਂ ਕੇਸਰੀ ਹਿੰਦ ਦੀ ਮਹਾਰਾਣੀ ਵਿਕਟੋਰੀਆ ਨੂੰ ਉਪਾਧੀ ਇਸੇ ਦੌਰਾਨ ਮਿਲੀ। ਵਰਨਾਕੂਲਰ ਐਕਟ ਵੀ ਇਸੇ ਦੌਰਾਨ ਆਇਆ। ਅਤੇ ਬੱਚੋ ਹਥਿਆਰ ਰੱਖਣਾ ਵੀ, ਹਥਿਆਰਾਂ ਦਾ ਵਪਾਰ ਕਰਨ ਵਾਸਤੇ ਵੀ ਜਿਹੜਾ ਐਕਟ 1878 ਵਿੱਚ ਇਸੇ ਦੌਰਾਨ ਆਇਆ। ਅਤੇ ਬੱਚੋ ਸਿਵਲ ਸੇਵਾ ਦੇ ਵਿੱਚ 21 ਤੋਂ ਘਟਾ ਕੇ 19 ਸਾਲ ਵੀ ਇਸ ਨੇ ਕੀਤੀ। ਮੁਸਲਿਮ ਐਂਗਲੋ ਆਪਾਂ ਕਹਿ ਲਈਏ ਯੂਨੀਵਰਸਿਟੀ ਵੀ ਇਸੇ ਦੌਰਾਨ ਹੀ ਹੋਈ। ਬੱਚਿਓ ਮੇਰੇ ਹਿਸਾਬ ਨਾਲ ਤੁਹਾਡੇ ਇਹ ਫੈਕਟ ਲਾਰਡ ਲਿਟਨ ਦੇ ਘਰ ਕਰਕੇ ਹੋਣਗੇ ਦਿਮਾਗ ਦੇ ਵਿੱਚ। ਚਲੋ ਬੱਚਿਓ ਅਗਲੇ ਬੱਚਿਓ ਸਕਰੀਨ 'ਤੇ ਤੁਸੀਂ ਇੱਕ ਵਾਰੀ ਦੇਖੋ, ਇਹ ਕੌਣ ਹੈ? ਇਹ ਬੱਚਿਓ ਲਾਰਡ ਰਿਪਨ ਹੈ। ਰਿਪਨ, ਲਾਰਡ ਰਿਪਨ। ਪਹਿਲਾਂ ਲਿਟਨ ਸੀ ਅਤੇ ਇਹ ਰਿਪਨ। ਬੱਚਿਓ ਇਹਨੂੰ ਇੱਕ ਵਾਰੀ ਇਮੇਜੀਨੇਸ਼ਨ ਕਰੋ ਇਹਦੀ ਵੀ, ਕਿਉਂਕਿ ਤੁਹਾਡੇ ਜਿੰਨੀ ਇਮੇਜੀਨੇਸ਼ਨ ਹੋਊਗੀ ਉਨੇ ਹੀ ਤੁਹਾਡੇ ਫੈਕਟ ਤੁਹਾਡੇ ਲੰਬੇ ਸਮੇਂ ਤੱਕ ਯਾਦ ਰਹਿਣਗੇ। ਲਾਰਡ ਰਿਪਨ ਇਹ ਵੀ 1884 ਤੋਂ ਲੈ ਕੇ 1880 ਤੋਂ ਲੈ ਕੇ 1884। ਲਾਰਡ ਰਿਪਨ। ਬੱਚਿਓ ਹੁਣ ਮੈਂ ਇਸ 'ਤੇ ਕੰਮ ਦੱਸਦਾ। ਬੱਚਿਓ ਇਹਨੇ ਲਾਰਡ ਲਿਟਨ ਦੇ ਵਿਰੁੱਧ ਕੰਮ ਕੀਤਾ। ਥੋੜ੍ਹਾ ਜਿਹਾ ਮੈਂ ਵੈਸੇ ਥੋੜ੍ਹਾ ਕਰਦਾ। ਪਹਿਲਾ ਕੰਮ ਇਹਦਾ ਸੀ, ਇਹਨੇ ਜਿਹੜੀ ਲਾਰਡ ਲਿਟਨ ਨੇ 21 ਤੋਂ 19 ਕੀਤੀ ਸੀ ਸਿਵਲ ਸੇਵਾ ਪ੍ਰੀਖਿਆ ਦੀ ਉਮਰ, ਇਹਨੇ 19 ਤੋਂ 21 ਕਰਤੀ। ਇਹਨੇ ਵਧਾਤੀ, ਕਹਿੰਦਾ ਨਹੀਂ ਲਾਰਡ ਲਿਟਨ ਨੂੰ ਕੀ ਅਕਲ ਸੀ, ਮੈਨੂੰ ਪਤਾ ਹੈ, ਤੁਸੀਂ 19 ਤੋਂ 21 ਕਰੋ। ਠੀਕ ਹੈ। ਤਾਂ ਦੂਸਰਾ ਬੱਚਿਓ ਸਥਾਨਕ ਸਰਕਾਰਾਂ ਦੀ ਸ਼ੁਰੂਆਤ ਕੀਤੀ। ਬਹੁਤ ਵਾਰੀ ਪੁੱਛਿਆ ਗਿਆ ਬੱਚਿਓ ਵੀ ਫਾਦਰ ਆਫ ਲੋਕਲ ਗਵਰਨਮੈਂਟ ਕਿਹਨੂੰ ਕਿਹਾ ਜਾਂਦਾ? ਲੋਕਲ ਗਵਰਨਮੈਂਟ ਹੁੰਦਾ ਬੱਚਿਓ ਸਥਾਨਕ ਸਰਕਾਰਾਂ। ਤਾਂ ਇਹ ਲਾਰਡ ਰਿਪਨ ਹੀ ਹੈ, ਇਹਨੇ ਸ਼ੁਰੂਆਤ ਕਰਤੀ। ਕਿਹਨੇ? ਲਾਰਡ ਰਿਪਨ ਨੇ। ਸਥਾਨਕ ਸਰਕਾਰਾਂ ਦੇ ਵਿੱਚ ਬੱਚਿਓ ਕੀ ਆ ਜਾਂਦਾ? ਆਹੀ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤਾਂ, ਇਹ ਸਥਾਨਕ ਸਰਕਾਰਾਂ ਹੁੰਦੀਆਂ ਨੇ ਆਪਣੇ। ਇਹ ਲਾਰਡ ਰਿਪਨ ਵੇਲੇ ਲਾ ਲਓ ਸਭ ਬੱਚੇ 1980 ਦੇ ਵਿੱਚ ਇਹ ਗੱਲਾਂ ਸ਼ੁਰੂ ਹੋ ਗਈਆਂ ਸੀ। ਤੁਹਾਡੇ ਦਿਮਾਗ ਦੇ ਵਿੱਚ ਛੋਟਾ ਜਿਹਾ ਵੀ ਲਾਰਡ ਰਿਪਨ ਨੇ ਸ਼ੁਰੂ ਕੀਤਾ ਸੀ। ਤਾਂ ਜੇ ਤੁਸੀਂ ਇਹਨੂੰ ਇੱਕ ਫੈਕਟ ਨਾਲ ਅਟੈਚ ਕਰਨਾ, ਪੰਚਾਇਤ ਦਾ ਮੈਂਬਰ ਬਣਨ ਵਾਸਤੇ 21 ਸਾਲ ਉਮਰ ਚਾਹੀਦੀ ਹੈ, ਤਾਂ 21 ਸਾਲ ਵੀ ਇਹਨੇ ਕੀਤਾ। ਅਤੇ ਦੂਸਰਾ ਪੰਚਾਇਤੀ ਰਾਜ ਜਾਣੀ ਕਿ ਸਥਾਨਕ ਸਰਕਾਰਾਂ ਵੀ ਇਹਨੇ ਸ਼ੁਰੂ ਕੀਤੀਆਂ। ਤਾਂ ਬੱਚੇ ਇੱਕ ਹੋਰ ਇਹਨੇ ਉਲਟ ਕਰਤਾ। ਲਾਰਡ ਲਿਟਨ ਨੇ ਵਰਨਾਕੂਲਰ ਪ੍ਰੈਸ ਐਕਟ ਚਲਾਇਆ ਸੀ, ਇਹਨੇ ਆ ਕੇ ਕਹਿੰਦਾ ਇਹਨੂੰ ਕੀ ਅਕਲ ਸੀ, ਬੰਦ ਕਰੋ ਇਹਨੂੰ। ਤਾਂ ਬੱਚੇ ਵਰਨਾਕੂਲਰ ਪ੍ਰੈਸ ਸਮਾਪਤ ਕਰਤਾ। ਕਿਹਨੇ? ਲਾਰਡ ਰਿਪਨ ਨੇ। ਆ ਤੁਹਾਡੇ ਸਾਹਮਣੇ ਹੈ, ਲਾਰਡ ਰਿਪਨ ਨੇ ਵਿਰੋਧੀ ਕੰਮ ਕੀਤੇ ਨੇ ਥੋੜ੍ਹੇ। ਤਾਂ ਬੱਚਿਓ ਆਪਾਂ ਲਾਰਡ ਮਾਇਓ ਨੂੰ ਪੜ੍ਹਿਆ ਸੀ, ਉਹਦੇ ਵਿੱਚ ਉਹਨੇ ਜਨਗਣਨਾ ਜਾਰੀ ਕੀਤੀ ਸੀ, ਜਾਣੀ ਕਿ ਸੈਂਸਸ, ਮਰਦਮਸ਼ੁਮਾਰੀ ਕਹਿੰਦੇ ਪੰਜਾਬੀ ਦੇ ਵਿੱਚ। ਕਿੰਨੇ 'ਚ ਕੀਤੀ ਸੀ? 1872 ਦੇ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਇਹਨੇ ਬੱਚਿਓ ਇਹਦਾ ਕਾਲ ਆ ਗਿਆ, ਕਿਉਂਕਿ ਹਰ 10 ਸਾਲ ਬਾਅਦ ਹੋਣੀ ਹੁੰਦੀ ਹੈ। ਹੁਣ ਜਿਵੇਂ 2021 ਦੇ ਵਿੱਚ ਹੋਊਗੀ, ਤਾਂ ਬੱਚਿਓ ਇਹਨੇ ਦੁਬਾਰੇ ਕੀ ਕਰਤੀ? ਮਰਦਮਸ਼ੁਮਾਰੀ ਕਰਵਾਈ 10 ਸਾਲਾਂ ਬਾਅਦ। ਬਹੁਤ ਯਾਨੀ ਕਿ ਇੱਥੋਂ ਲਾਰਡ ਮਾਇਓ ਨੂੰ ਸ਼ੁਰੂਆਤ ਕੀਤੀ, ਦੂਸਰੀ ਵਾਰੀ ਇਹਦੇ ਕਾਲ ਲਾਰਡ ਰਿਪਨ ਦੇ ਕਾਲ ਦੇ ਵਿੱਚ ਹੋਈ। ਮੇ ਵੀ ਬੱਚਿਓ ਤੁਹਾਡੇ ਇਸ ਤੋਂ ਬਾਅਦ ਬੱਚਿਓ ਇਸ ਤੋਂ ਬਾਅਦ ਪਹਿਲਾ ਕਾਰਖਾਨਾ ਐਕਟ ਇਹਦੇ ਸਮੇਂ ਪਾਸ ਹੋਇਆ ਬੱਚਿਓ। ਫੈਕਟਰੀ ਐਕਟ ਕਹਿ ਦਈਏ ਆਪਾਂ, ਫੈਕਟਰੀ ਐਕਟ 1881 ਦੇ ਵਿੱਚ। ਕਿਹਦੇ ਕਾਲ ਦੇ ਵਿੱਚ? ਲਾਰਡ ਰਿਪਨ ਦੇ ਕਾਲ ਦੇ ਵਿੱਚ। ਤਾਂ ਬੱਚਿਓ ਇਹ ਇੱਕ ਐਲਬਰਟ ਬਿੱਲ ਵੀ ਇਹਦੇ ਦੌਰਾਨ ਆਇਆ। ਬੱਚਿਓ ਐਲਬਰਟ ਬਿੱਲ। ਹੁਣ ਐਲਬਰਟ ਬਿੱਲ ਕੀ ਸੀ ਬੱਚਿਓ? ਇਹਦੇ ਦੌਰਾਨ ਆਪਾਂ ਜਿਹੜੇ ਆਪਣੇ ਜੱਜ ਸੀ, ਭਾਰਤੀ ਜੱਜ ਸੀ, ਉਹ ਪਹਿਲਾਂ ਅੰਗਰੇਜ਼ਾਂ ਦੇ ਕਿਸੇ ਵੀ ਕੇਸ ਦੀ ਸੁਣਵਾਈ ਨਹੀਂ ਕਰ ਸਕਦੇ ਸੀ, ਉਹਨਾਂ ਪ੍ਰਤੀ ਬੋਲ ਨਹੀਂ ਸਕਦੇ ਕੁਛ। ਪਰ ਇਹਨੇ ਐਲਬਰਟ ਬਿੱਲ ਦੇ ਅਧੀਨ ਆਪਣੇ ਜਿਹੜੇ ਅਧਿਕਾਰੀ ਸੀ, ਕਿਹੜੇ
ਭਾਰਤੀ ਅਧਿਕਾਰੀ ਸੀ ਜਾਂ ਭਾਰਤੀ ਜੱਜ ਸੀ, ਉਹ ਵੀ ਡਿਸੀਜਨ ਦੇਣ ਲੱਗ ਪਏ। ਇਸ ਗੱਲ ਦਾ ਬੱਚਿਓ ਵਿਰੋਧ ਬਹੁਤ ਹੋਇਆ। ਇਸੇ ਕਰਕੇ ਬੱਚਿਓ ਇਹਨੂੰ ਬਦਲਤਾ ਸੀ। ਇਹ ਲਵਾਰਟ ਬਿੱਲ ਯਾਦ ਰੱਖਿਓ ਬੱਚਿਓ, ਤਾਂ ਅੰਗਰੇਜ਼ਾਂ ਦੁਆਰਾ ਬਹੁਤ ਵਿਦਰੋਹ ਹੋਇਆ ਇਸ ਬਿੱਲ ਦਾ। ਤੇ ਯਾਦ ਰੱਖਿਓ ਲਾਰਡ ਰਿਪਨ ਦੇ ਕੰਮ ਦੁਬਾਰੇ ਰਿਪੀਟ ਕਰਦੇ ਬੱਚਿਓ। ਇਹਨੇ 21 ਸਾਲ ਉਮਰ ਕਰਤੀ, 19 ਤੋਂ 21 ਕਰਤੀ ਪਹਿਲਾਂ। ਫਿਰ ਸਥਾਨਕ ਸਰਕਾਰਾਂ ਦਾ ਪਾਪਾ ਕਿਹਾ ਜਾਂਦਾ, ਪਤਾਮਾ ਕਿਹਾ ਜਾਂਦਾ ਬੱਚਿਓ, ਜਾਂ ਫਾਦਰ ਆਫ ਲੋਕਲ ਗਵਰਨਮੈਂਟ ਕਿਹਾ ਜਾਂਦਾ। ਵਰਨਾਕੂਲਰ ਪ੍ਰੈਸ ਐਕਟ ਖਤਮ ਕਰਤਾ ਬੱਚਿਓ ਲਾਰਡ ਰਿਪਨ ਨੇ। ਤਾਂ ਦੂਸਰੀ ਬੱਚਿਓ ਜਨਗਣਨਾ ਜਾਰੀ ਰੱਖੀ 1981 'ਚ। ਤਾਂ ਬੱਚਿਓ ਇਸ ਤੋਂ ਬਾਅਦ ਫੈਕਟਰੀ ਐਕਟ ਵੀ 1981 'ਚ ਆਇਆ। ਇਹ ਲਵਾਰਟ ਬਿੱਲ ਵੀ ਇਹਦੇ ਦੌਰਾਨ ਆਇਆ। ਬੱਚਿਓ ਮੈਨੂੰ ਆਸ ਹੈ ਕਿ ਤੁਹਾਡੇ ਲਾਰਡ ਰਿਪਨ ਯਾਦ ਹੋ ਗਿਆ ਹੋਣਾ। ਇਸ ਤੋਂ ਬਾਅਦ ਬੱਚਿਓ ਲਾਰਡ ਡਫਰਿਨ 1884 ਤੋਂ ਲੈ ਕੇ 88 ਤੱਕ। 1884 ਤੋਂ ਲੈ ਕੇ ਬੱਚਿਓ 88 ਤੱਕ ਕੌਣ ਆਇਆ? ਲਾਰਡ ਡਿਫਰਿਨ। ਠੀਕ ਹੈ ਨਾ, ਡਿਫਰਿਨ ਯਾਦ ਰੱਖਣਾ ਬੱਚਿਓ, 1884 ਤੋਂ ਲੈ ਕੇ 88 ਤੱਕ। ਹੁਣ ਬੱਚਿਓ ਇਹਦਾ ਤੁਸੀਂ ਪਹਿਲੀ ਤਾਂ ਇਹਨੂੰ ਦੇਖੋ, ਤੁਹਾਨੂੰ ਪਤਾ ਲੱਗੂਗਾ। ਆ ਮੁੱਛਾਂ ਆਈਆਂ ਬੱਚਿਓ, ਹੁਣ ਵੀ ਟਰੈਂਡ ਚੱਲ ਰਿਹਾ, ਦੇਖ ਲਓ ਇੱਕ ਵਾਰੀ, ਚੈੱਕਆਊਟ ਕਰੋ ਇਹਨੂੰ। ਚਲੋ ਬੱਚਿਓ ਇਹਦੀ ਸਭ ਤੋਂ ਵੱਡੀ ਇੱਕੋ ਇੱਕ ਗੱਲ ਯਾਦ ਰੱਖਣੀ ਤੁਸੀਂ, ਇਹਦੇ ਕਾਲ ਦੇ ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ। ਬੱਚਿਓ ਕੁਐਸਚਨਸ ਨੂੰ ਪਤਾ ਲੱਗ ਗਿਆ ਹੋਊਗਾ, ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਿਹਦੇ ਦੌਰਾਨ ਹੋਈ, ਕਿਹੜਾ ਉਦੋਂ ਵਾਇਸਰਾਏ ਸੀ? ਲਾਰਡ ਰਿਪਨ। ਪਰ ਇਹ ਤਾਂ ਤੁਹਾਨੂੰ ਪਤਾ ਹੀ ਹੋਣਾ ਵੀ ਇਹ ਉਹ ਹਿਊਮ ਨੇ ਕੀਤੀ ਸੀ, 1885 'ਚ ਕੀਤੀ ਸੀ। ਇਹਦਾ ਪਹਿਲਾ ਜਿਹੜਾ ਪ੍ਰਧਾਨ ਸੀ WC ਬੈਨਰਜੀ ਸੀ। ਇਹ ਤਾਂ ਤੁਹਾਨੂੰ ਫੈਕਟ ਪਤਾ ਹੀ ਨਹੀਂ ਬੱਚਿਓ, ਪਰ ਇਹਦੇ ਨਾਲ ਇੱਕ ਐਡ ਕਰ ਲਓ ਵੀ ਉਸ ਸਮੇਂ ਲਾਰਡ ਡਿਫਰਿਨ ਸੀ ਵਾਇਸਰਾਏ। ਤੇ ਬੱਚਿਓ ਜਿਹੜਾ ਇੱਕ ਹੋਰ ਇਹਨੇ ਕੰਮ ਕੀਤਾ ਵੀ ਬਰਮਾ ਦਾ ਜਿਹੜਾ ਲਾਸਟ ਜਿਹੜਾ ਰੂਪ ਬਚਦਾ ਸੀ, ਲਾਸਟ ਪਾਰਟ ਬਣਦਾ ਸੀ, ਉਹਨੂੰ ਵੀ ਭਾਰਤ ਦੇ ਵਿੱਚ ਇਹਨੇ ਸ਼ਾਮਲ ਕਰ ਲਿਆ ਸੀ। ਕਿਹਨੇ? ਲਾਰਡ ਡਿਫਰਿਨ। ਬੱਚਿਓ ਤੁਹਾਡੇ ਇਹਦੇ ਫੈਕਟ ਯਾਦ ਹੀ ਹੋ ਗਿਆ ਹੋਣਾ ਵੀ ਭਾਰਤੀ ਕਾਂਗਰਸ ਜਦੋਂ ਬਣੀ, ਇਹ ਉਹ ਨੇ ਰੂਪ ਦਿੱਤਾ ਸੀ ਇਹਦਾ। ਜਦੋਂ ਬਣਾਈ ਸੀ ਉਦੋਂ ਕੌਣ ਵਾਇਸਰਾਏ ਸੀ? ਲਾਰਡ ਡਿਫਰਿਨ। ਆਹ ਸਭ ਬੱਚਿਓ ਤੁਹਾਨੂੰ ਯਾਦ ਹੋਇਆ ਹੋਣਾ। ਆ ਮੋਟੀਆਂ ਮੁੱਛਾਂ ਵਾਲਾ ਆ ਗਿਆ ਬੱਚਿਓ, ਇੱਕ ਵਾਰੀ ਦੇਖੋ ਇਹਨੂੰ। ਲੈਂਸਡਾਊਨ ਆ ਬੱਚਿਓ ਇਹਦੀ, ਲੈਂਸਡਾਊਨ, ਲਾਰਡ ਲੈਂਸਡਾਊਨ। ਬੱਚਿਓ ਇਹਦੇ ਦੌਰਾਨ ਇਹਦਾ ਪਹਿਲਾ ਕਾਲ ਪਤਾ ਹੋਣਾ ਚਾਹੀਦਾ ਉਹਨੂੰ, 1888 ਤੋਂ ਲੈ ਕੇ 1894 ਤੱਕ। 1884 ਤੋਂ ਲੈ ਕੇ ਬੱਚਿਓ 1894, 94। ਬੱਚਿਓ ਇਹਦੇ ਦੌਰਾਨ ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਡੁਰਾਂਡ ਰੇਖਾ ਖਿੱਚੀ ਗਈ। ਹੁਣ ਇੱਕ ਫੈਕਟ ਤੁਹਾਡੇ ਬੱਚਿਓ ਇੱਥੇ ਹੋਰ ਯਾਦ ਹੋ ਗਿਆ ਹੋਣਾ ਵੀ ਡੁਰਾਂਡ ਰੇਖਾ ਕਿਹਦੇ ਵਿਚਕਾਰ ਹੈ? ਡੁਰਾਂਡ ਰੇਖਾ ਬੱਚਿਓ ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਸੀ ਉਦੋਂ। ਅੱਜ ਕੱਲ੍ਹ ਕਿਹਦੇ ਵਿਚਕਾਰ ਆ? ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਕਾਰ। ਡੁਰਾਂਡ ਰੇਖਾ ਉਦੋਂ ਖਿੱਚੀ ਸੀ ਇਹਨੇ, ਕਿਹਨੇ? ਲੈਂਸਡਾਊਨ ਨੇ ਖਿੱਚੀ ਸੀ। ਨਿਰਧਾਰਿਤ ਕੀਤੀ ਸੀ ਬੱਚਿਓ ਲੈਂਸਡਾਊਨ, ਡਾਊਨ ਹੇਠਾਂ ਖਿੱਚਤੀ ਲੈਣ। ਤਾਂ ਬੱਚਿਓ ਡੁਰਾਂਡ ਰੇਖਾ ਦੇ ਭਾਰਤ ਤੇ ਅਫਗਾਨਿਸਤਾਨ ਦੇ ਵਿੱਚ ਸੀ, ਕਿਹਨੇ ਨਿਰਧਾਰਿਤ ਕੀਤੀ ਸੀ? ਲਾਰਡ ਲੈਂਸਡਾਊਨ ਨੇ। ਇਹਦਾ ਇਹੀ ਕੰਮ ਬੱਚਿਓ ਬਹੁਤ ਤਕੜਾ ਹੈ। ਤੇ ਇਸ ਦੇ ਦੌਰਾਨ ਬੱਚੇ ਦੂਸਰਾ ਜਿਹੜਾ ਫੈਕਟਰੀ ਐਕਟ ਸੀ 1991 ਦੇ ਵਿੱਚ, ਇਹਦੇ ਕਾਲ ਦੇ ਦੌਰਾਨ ਆਇਆ। ਪਹਿਲਾ ਕਿਹਦੇ ਦੌਰਾਨ ਆਇਆ ਸੀ? ਲਾਰਡ ਰਿਪਨ ਦੇ ਦੌਰਾਨ। ਦੂਸਰਾ ਫੈਕਟਰੀ ਐਕਟ ਲੈਂਸਡਾਊਨ ਦੇ ਦੌਰਾਨ। ਬੱਚਿਓ ਇਹਦੇ ਦੋ ਕੰਮ ਹੀ ਬਹੁਤ ਮਸ਼ਹੂਰ ਨੇ ਲਾਰਡ ਲੈਂਸਡਾਊਨ ਦੇ। ਇਸ ਤੋਂ ਬਾਅਦ ਬੱਚਿਓ ਆਹ ਤੁਸੀਂ ਦੇਖ ਲਓ ਚੌੜੀਆਂ ਨਸਾਂ ਵਾਲਾ। ਬੱਚਿਓ ਇਹ ਆਪਣਾ, ਜੇ ਤੁਸੀਂ ਗਵਰਨਰ ਜਨਰਲ ਵਾਇਸਰਾਏ, ਮੈਂ ਬਹੁਤ ਬੱਚੇ ਪੜ੍ਹਦਾ ਆ ਰਿਹਾ ਹਿਸਟਰੀ ਦਾ, ਮੈਂ ਨੈੱਟ ਵੀ ਕਲੀਅਰ ਕੀਤਾ। ਬਟ ਬੱਚਿਓ ਮੈਨੂੰ ਘਿਰਨਾ ਜਿਹੜੀ ਤਸਵੀਰ ਤੋਂ ਹੋ ਜਾਂਦੀ ਹੈ, ਉਹ ਤਸਵੀਰ ਇਹ ਹੈ ਤੁਹਾਡੇ ਸਾਹਮਣੇ। ਬੱਚਿਓ ਇਹ ਹੈ ਲਾਰਡ ਕਰਜ਼ਨ। ਬੱਚਿਓ ਲਾਰਡ ਕਰਜ਼ਨ ਦਾ ਕਾਲ 1899 ਤੋਂ ਲੈ ਕੇ 1899 ਤੋਂ ਲੈ ਕੇ 1905 ਤੱਕ ਆ ਬੱਚਿਓ। ਤਾਂ ਬੱਚਿਓ ਸਭ ਤੋਂ ਘਿਰਨਾਯੋਗ ਜਿਹੜਾ ਕੰਮ ਇਹਨੇ ਕੀਤਾ, ਮੈਂ ਉਹਦਾ ਤੁਹਾਨੂੰ ਦੱਸ ਹੀ ਦੇਵਾਂ, ਉਹ ਸੀ ਬੰਗਾਲ ਦੀ ਵੰਡ। ਇਹਦੇ ਦੌਰਾਨ ਹੋਈ ਸੀ ਬੱਚਿਓ। ਦੇਖ ਲਓ ਬੱਚਿਓ ਇੱਕ ਵਾਰੀ ਤੁਸੀਂ
ਇਹਨੂੰ ਬੰਗਾਲ ਦੀ ਵੰਡ ਲਾਰਡ ਕਰਜ਼ਨ ਨੇ ਕੀਤੀ ਸੀ 1805 ਦੇ ਵਿੱਚ। ਹੋਰ ਬੱਚਿਓ ਕੰਮ ਜਿਹੜੇ ਇਹਨੇ ਕੀਤੇ ਉਹ ਸੀ 1904 ਦੇ ਵਿੱਚ ਬੱਚਿਓ ਇੱਕ ਭਾਰਤੀ ਪੁਰਾਤਤਵ ਵਿਭਾਗ ਦੀ ਸਥਾਪਨਾ ਕੀਤੀ ਸੀ। ਇਸ ਦੇ ਦੌਰਾਨ 1904 ਦੇ ਵਿੱਚ ਭਾਰਤੀ ਪੁਰਾਤਤਵ ਵਿਭਾਗ ਵਿੱਚ ਆਰਕੋਲੋਜੀ ਡਿਪਾਰਟਮੈਂਟ ਹੁੰਦਾ ਹੈ, ਜਿਹੜਾ ਪੁਰਾਣੀ ਚੀਜ਼ਾਂ ਨੂੰ, ਇਤਿਹਾਸ ਦੀਆਂ ਪੁਰਾਣੀ ਚੀਜ਼ਾਂ ਨੂੰ ਸੰਭਾਲ ਕੇ ਰੱਖਦਾ ਹੈ, ਉਹਨਾਂ ਦੀ ਖੋਜ ਕਰਦਾ ਹੈ। ਉਹਨਾਂ ਪ੍ਰਤੀ 1904 ਦੇ ਵਿੱਚ ਇਹਨੇ ਭਾਰਤੀ ਪੁਰਾਤਤਵ ਵਿਭਾਗ ਦੀ ਸਥਾਪਨਾ ਕੀਤੀ ਸੀ, ਇਸ ਦੇ ਦੌਰਾਨ ਹੋਈ ਸੀ। ਤਾਂ ਬੱਚਿਓ ਇਹਨੂੰ ਤੁਸੀਂ ਯਾਦ ਰੱਖਣਾ ਅਤੇ ਕੰਮ ਇਹਦਾ। ਅਤੇ ਇਸ ਤੋਂ ਬਾਅਦ ਬੱਚਿਓ ਇਹਦਾ ਇੱਕ ਕੰਮ ਹੋਰ ਸੀ, ਮੈਕਡੋਨਲ ਦੀ ਪ੍ਰਧਾਨਗੀ ਹੇਠ ਬੱਚਿਓ ਇਹਨੇ ਜਿਹੜਾ ਅਕਾਲ ਕਮਿਸ਼ਨ ਬਣਾਇਆ ਸੀ। ਅਕਾਲ ਕਮਿਸ਼ਨ ਡਰਾਊਟ ਕਮਿਸ਼ਨ ਹੁੰਦਾ ਬੱਚਿਓ, ਜਿਹੜਾ ਬਹੁਤ ਜ਼ਿਆਦਾ ਜਦੋਂ ਮੀਂਹ ਨਾ ਪਵੇ ਜਾਂ ਭੁੱਖ ਮਰੀ ਆ ਜੇ, ਉਦੋਂ ਅਕਾਲ ਕਮਿਸ਼ਨ ਬਣਾਇਆ ਸੀ ਮੈਕਡੋਨਲ ਦੇ ਅਧੀਨ। ਕੌਣ ਸੀ ਬੱਚਿਓ ਉਦੋਂ ਵਾਇਸਰਾਏ? ਲਾਰਡ ਕਰਜ਼ਨ। ਕਦੋਂ ਤੋਂ ਕਦੋਂ? 1899 ਤੋਂ ਲੈ ਕੇ 1905 ਤੱਕ। ਤਾਂ ਦੁਬਾਰਾ ਦਿਖਾਉਣਾ ਬੱਚਿਓ ਇਹਦੇ ਕੰਮ। ਇੱਕ ਤਾਂ 1904 ਦੇ ਵਿੱਚ ਭਾਰਤੀ ਪੁਰਾਤਤਵ ਵਿਭਾਗ ਦੀ ਸਥਾਪਨਾ ਹੋਈ, ਦੂਸਰੀ ਬੱਚਿਓ ਬੰਗਾਲ ਦੀ ਵੰਡ ਇਹ ਦੌਰਾਨ ਹੋਈ, ਤੀਸਰਾ ਮੈਕਡੋਨਲ ਦੀ ਪ੍ਰਧਾਨਗੀ ਹੇਠ ਇੱਕ ਕਮਿਸ਼ਨ ਬਣਾਇਆ, ਅਕਾਲ ਕਮਿਸ਼ਨ ਕਹਿ ਲਈਏ ਆਪਾਂ। ਬੱਚਿਓ ਇਹ ਤੁਹਾਡੇ ਲਾਰਡ ਕਰਜ਼ਨ ਬਾਰੇ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ। ਬੱਚਿਓ ਇਸ ਤੋਂ ਬਾਅਦ ਹੈ ਲਾਰਡ ਮਿੰਟੋ ਦੂਜਾ। ਮਿੰਟੋ ਪਹਿਲਾਂ ਆਪਾਂ ਬੱਚਿਓ ਪੜ੍ਹ ਹੀ ਲਿਆ ਸੀ, ਉਹਨੇ ਜਿਹਨੇ ਜਨਗਣਨਾ ਮਰਦਮਸ਼ੁਮਾਰੀ ਸ਼ੁਰੂ ਕਰਾਈ ਸੀ 1872 'ਚ, ਇਹ ਦੂਸਰਾ ਬੱਚਿਓ। ਅਤੇ ਇੱਕ ਉਹਨੇ ਪਹਿਲੇ ਨੇ ਖੇਤੀਬਾੜੀ ਵਿਭਾਗ ਦੀ ਸਥਾਪਨਾ ਕੀਤੀ ਸੀ, ਤੁਹਾਡੇ ਯਾਦ ਹੋਣਾ। ਅਤੇ ਬੱਚਿਓ ਲਾਰਡ ਮਿੰਟੋ ਦੂਜਾ ਗਾ। ਲਾਰਡ ਮਿੰਟੋ ਬੱਚਿਓ ਦੂਜਾ 1905 ਤੋਂ ਲੈ ਕੇ 1910 ਤੱਕ। ਬੱਚਿਓ ਪਹਿਲਾਂ ਤੁਸੀਂ ਇਹਨੂੰ ਦੇਖੋ, ਇਹਦਾ ਕਿਸ ਤਰ੍ਹਾਂ ਦਾ ਚਿਹਰਾ, ਉਹੀ ਤੁਹਾਨੂੰ ਇਸ ਤਰ੍ਹਾਂ ਲੱਗਣ ਲੱਗ ਜੂਗਾ ਵੀ ਇਹਦੇ ਕੰਮ। ਸਭ ਤੋਂ ਪਹਿਲਾਂ ਬੱਚਿਓ ਕੰਮ ਇਹਨੇ ਇਹ ਕੀਤਾ, ਇਹਨੂੰ ਸੰਪਰਦਾਇਕਤਾ ਦਾ ਪਿਤਾਮਾ ਕਿਹਾ ਜਾਂਦਾ ਹੈ, ਲਾਰਡ ਮਿੰਟੋ ਦੂਜੇ ਨੂੰ। ਲਾਰਡ ਮਿੰਟੋ ਦੂਜੇ ਨੂੰ ਸੰਪਰਦਾਇਕਤਾ ਦਾ ਪਿਤਾਮਾ। ਹੁਣ ਬੱਚਿਓ ਤੁਹਾਡੇ ਦਿਮਾਗ 'ਚ ਉਹ ਸੰਪਰਦਾਇਕਤਾ ਕੀ ਹੁੰਦੀ ਹੈ? ਕਿਸੇ ਨੂੰ ਧਰਮ, ਲਿੰਗ, ਜਾਤ ਜਾਂ ਕਿਸੇ ਹੋਰ ਕੈਟਾਗਰੀ ਦੇ ਅਧੀਨ ਵੰਡਣਾ, ਉਹਨੂੰ ਅਲੱਗ ਰੱਖਣਾ, ਉਹਨੂੰ ਵੋਟਾਂ ਦਾ ਅਧਿਕਾਰ ਦੇਣਾ, ਉਹਨੂੰ ਅਲੱਗ-ਅਲੱਗ ਫੈਸਿਲਿਟੀ ਦੇਣਾ, ਸੰਪਰਦਾਇਕਤਾ ਹੁੰਦੀ ਹੈ ਬੱਚਿਓ ਇਹ। ਉਹ ਸੰਪਰਦਾਇਕਤਾ ਇਹਨੇ ਫੈਲਾਈ ਸੀ। ਆਪਾਂ ਕਹਿੰਦੇ ਹੁੰਦੇ ਨਾ ਬਚਪਨ ਤੋਂ ਕਹਿੰਦੇ ਹੁੰਦੇ ਵੰਡ ਕਰੋ ਅਤੇ ਰਾਜ ਕਰੋ। ਬੱਚਿਓ ਉਹੀ ਸੰਪਰਦਾਇਕਤਾ ਨੂੰ ਡਿਵੋਟ ਕਰਦਾ ਹੈ, ਉਹੀ ਸੰਪਰਦਾਇਕਤਾ ਦਾ ਇੱਕ ਉਦਾਹਰਨ ਹੁੰਦਾ। ਇਹ ਬੱਚਿਓ ਲਾਰਡ ਮਿੰਟੋ ਦੂਜਾ ਸੀ, ਜਿਹਨੇ ਕੀ ਕੀਤਾ ਬੱਚਿਓ? ਸੰਪਰਦਾਇਕਤਾ ਫੈਲਾਉਣੀ ਸ਼ੁਰੂ ਕਰਤੀ ਸੀ 1909 ਦੇ ਵਿੱਚ ਸ਼ੁਰੂ ਕਰਤੀ ਸੀ ਬੱਚਿਓ। ਇਹਨੇ ਪਾਕਿਸਤਾਨ ਨੂੰ ਅਲੱਗ ਪ੍ਰਤੀਨਿਧਤਾ ਚੁਣਨ ਦੀ, ਉਹਨਾਂ ਨੂੰ ਅਲੱਗ ਵੋਟਾਂ ਪਾਉਣ ਦਾ ਅਧਿਕਾਰ ਦਿੱਤਾ ਸੀ ਬੱਚਿਓ, ਜਿਹਦੇ ਨਾਲ ਕਿ ਇੱਕ ਅਲੱਗ ਪਾਕਿਸਤਾਨ ਜਾਣੀ ਕਿ ਮੁਸਲਮਾਨਾਂ ਦੇ ਵਿੱਚ ਫੁੱਟ ਪਾਉਣੀ ਸ਼ੁਰੂ ਕਰਤੀ। ਜਾਣੀ ਕਿ ਭਾਰਤੀਆਂ ਅਤੇ ਹਿੰਦੂ ਸਿੱਖ ਮੁਸਲਮਾਨਾਂ ਦੇ ਵਿੱਚ ਆਪਸੀ ਫਿੱਟ ਪੈਣੀ ਇੱਥੋਂ ਸ਼ੁਰੂ ਹੋਈ ਸੀ ਬੱਚਿਓ, ਇਹਦੇ ਕਾਲ ਦੇ ਦੌਰਾਨ, ਲਾਰਡ ਮਿੰਟੋ ਦੇ ਦੂਜੇ ਦੇ ਦੌਰਾਨ ਬੱਚਿਓ। ਇੱਕ ਕੰਮ ਇਹ ਤਾਂ ਇਹੀ ਹੋਇਆ। ਇੱਕ ਬੱਚਿਓ ਦਾ ਇਹਦੇ ਦੌਰਾਨ ਕੰਮ ਹੋਇਆ 1907 ਦੇ ਵਿੱਚ ਕਾਂਗਰਸ ਦਾ ਬੱਚਿਓ। ਕਾਂਗਰਸ ਪਹਿਲਾਂ ਨਰਮ ਦਲੀ ਸੀ ਇਕੱਲੀ, ਫਿਰ ਗਰਮ ਦਲੀ ਅਤੇ ਨਰਮ ਦਲੀ ਦੋ ਹਿੱਸਿਆਂ 'ਚ ਵੰਡੀ ਗਈ ਸੀ ਸੂਰਤ ਦੇ ਵਿੱਚ। ਬੱਚਿਓ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋ ਗਈ ਹੋਣੀ ਗੱਲ ਇਹ, ਵੀ 1907 ਦੇ ਵਿੱਚ ਕਾਂਗਰਸ ਦੀ ਸੂਰਤ ਦੇ ਵਿੱਚ ਵੰਡ ਦੋ ਹਿੱਸੇ 'ਚ ਵੰਡੀ ਗਈ 1907 ਦੇ ਵਿੱਚ ਹੋਈ ਸੀ ਬੱਚਿਓ। ਨਰਮ ਦਲ ਦੇ ਵਿੱਚ ਤਾਂ ਬੱਚੇ ਤੁਹਾਨੂੰ ਪਤਾ ਹੀ ਹੈ ਰਜਿੰਦਰ ਪ੍ਰਸਾਦ ਵਰਗੇ ਸੀ, ਜਾਂ ਗਾਂਧੀ ਹੋਰੀ ਕਹਿ ਲਈਏ ਆਪਾਂ, ਮਹਾਤਮਾ ਗਾਂਧੀ ਵਰਗੇ। ਗਰਮ ਦੇ ਵਿੱਚ ਆਏ ਬੱਚਿਓ ਲਾਲਾ ਲਾਜਪਤ ਰਾਏ ਅਤੇ ਬਿਪਿਨ ਚੰਦਰ ਪਾਲ, ਅਤੇ ਇੱਕ ਬੱਚਿਓ ਕਿਹੜਾ ਰਹਿ ਗਿਆ, ਬਾਲ ਪਾਲ ਲਾਲ। ਬੱਚਿਓ ਦਿਮਾਗ 'ਚੋਂ ਸਲਿੱਪ ਹੋ ਗਿਆ, ਸੋਰੀ। ਅਤੇ ਕੋਈ ਨਹੀਂ ਬੱਚਿਓ, ਰਿਪੀਟ ਆਊਗਾ। ਤਾਂ ਬੱਚਿਓ ਇਸ ਦੇ ਦੌਰਾਨ ਇਸਦੇ ਲਾਰਡ ਮਿੰਟੋ ਦੇ ਤੁਸੀਂ ਕੰਮ ਯਾਦ ਰੱਖਣਾ ਬੱਚਿਓ। ਇਹਨੂੰ ਇਸ ਦੇ ਦੌਰਾਨ ਇੱਕ ਮਿੰਟੋ ਮਾਰਲੇ ਸੁਧਾਰ ਵੀ ਕਹਿ ਦਿੰਦੇ ਨੇ ਬੱਚਿਓ। ਕਿਉਂ ਕਹਿ ਦਿੰਦੇ ਨੇ ਬੱਚਿਓ?
ਕਿਉਂਕਿ ਇੱਕ ਇੱਥੇ ਐਕਟ ਆਉਂਦਾ ਹੈ 1909 ਦਾ ਐਕਟ ਹੈ ਮਿੰਟੋ ਮਾਰਲੇ। ਮਿੰਟੋ ਬੱਚਿਓ ਇਹਦਾ ਨਾਮ ਹੈ, ਕਿਹਦਾ? ਵਾਇਸਰਾਏ ਦਾ। ਮਾਰਲੇ ਬੱਚਿਓ ਉਸ ਸਮੇਂ ਸੈਕਟੇਟਰੀ, ਮੈਂ ਤੁਹਾਨੂੰ ਦੱਸਿਆ ਸੀ 1857 ਤੋਂ ਬਾਅਦ ਇੱਕ ਸੈਕਟੇਟਰੀ ਦੀ ਨਾਲ ਨਿਯੁਕਤੀ ਹੁੰਦੀ ਹੈ ਵਾਇਸਰਾਏ ਦੇ। ਤਾਂ ਲਾਰਡ ਮਿੰਟੋ ਮਾਰਲੇ ਸੁਧਾਰ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ 1909 ਦੇ ਵਿੱਚ ਹੋਏ ਸੀ। ਉਸੇ ਦੀ ਨਹੀਂ ਬੱਚਿਓ ਸੰਪਰਦਾਇਕਤਾ ਫੈਲਾਈ ਇਹਨੇ ਬੰਦੇ ਨੇ। ਸੰਪਰਦਾਇਕਤਾ ਦਾ ਪਿਤਾਮਾ ਜੇ ਤੁਹਾਨੂੰ ਪੁੱਛ ਲਿਆ ਕੌਣ ਹੈ, ਇਹੀ ਹੈ ਬੱਚਿਓ ਲਾਰਡ ਮਿੰਟੋ ਦੂਜਾ। ਇਸ ਤੋਂ ਬਾਅਦ ਬੱਚਿਓ ਅਗਲਾ ਹੈਗਾ ਲਾਰਡ ਹਾਰਡਿੰਗ। ਲਾਰਡ ਹਾਰਡਿੰਗ ਦੂਜਾ 1910 ਤੋਂ ਲੈ ਕੇ 1916। 1910 ਤੋਂ ਲੈ ਕੇ ਬੱਚਿਓ 1916 ਦੇ ਵਿੱਚ ਕੌਣ ਆਇਆ? ਲਾਰਡ ਹਾਰਡਿੰਗ ਦੂਜਾ। ਬੱਚਿਓ ਇਹਦੇ ਦੌਰਾਨ ਪਹਿਲਾਂ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਘਟਨਾ ਹੋਈ ਹੈ ਵਿਸ਼ਵ ਦੇ ਵਿੱਚ, ਉਹ ਦੱਸੋ ਕੀ ਹੋਈ ਹੈ 1910 ਤੋਂ ਲੈ ਕੇ 1916 ਦੇ ਵਿਚਕਾਰ, ਕੀ ਸ਼ੁਰੂਆਤ ਹੋ ਗਈ ਸੀ? ਤਾਂ ਬੱਚਿਓ ਤੁਹਾਡੇ ਆਨਸਰ ਮਿਲ ਗਏ ਹੋਣਾ ਤੁਹਾਨੂੰ, ਤੁਹਾਡੇ ਦਿਮਾਗ ਨੇ ਦੇ ਦਿੱਤਾ ਹੁਣ ਪਹਿਲਾ ਵਿਸ਼ਵ ਯੁੱਧ। ਬੱਚਿਓ ਪਹਿਲਾ ਵਿਸ਼ਵ ਯੁੱਧ ਦੀ ਜਿਹੜੀ ਸ਼ੁਰੂਆਤ ਇਸੇ ਕਾਲ ਦੇ ਦੌਰਾਨ ਹੋਈ ਸੀ ਜਦੋਂ ਇਹ ਆਪਣੇ ਭਾਰਤ ਦੇ ਵਿੱਚ ਵਾਇਸਰਾਏ ਸੀ, ਲਾਰਡ ਹਾਰਡਿੰਗ ਦੂਜਾ। ਬੱਚਿਓ ਤਾਂ ਇੱਕ ਹੋਰ ਇੱਥੇ ਹੋਈ 1911 ਦੇ ਵਿੱਚ, 12 ਦਸੰਬਰ 1911 ਦੇ ਵਿੱਚ ਦਿੱਲੀ ਦਰਬਾਰ ਸੱਜਦਾ ਬੱਚਿਓ। ਤਾਂ ਉੱਥੇ ਬੰਗਾਲ ਦੀ ਵੰਡ ਜਿਹੜੀ 1905 ਲਾਰਡ ਕਰਜ਼ਨ ਕਰਕੇ ਗਿਆ ਸੀ, ਉਹ ਰੱਦ ਕਰਤੀ। ਕਿਹਦੇ ਦੌਰਾਨ ਰੱਦ ਹੋਈ ਬੱਚਿਓ? ਉਹ ਸੀ ਲਾਰਡ ਹਾਰਡਿੰਗ ਦੂਜੇ ਦੌਰਾਨ। ਦੂਸਰਾ ਬੱਚਿਓ ਪਹਿਲਾਂ ਆਪਣੀ ਰਾਜਧਾਨੀ ਹੁੰਦੀ ਸੀ ਕਲਕੱਤਾ। 1911 ਤੋਂ ਪਹਿਲਾਂ ਬੱਚਿਓ ਰਾਜਧਾਨੀ ਕੀ ਹੁੰਦੀ ਸੀ? ਕਲਕੱਤਾ। ਪਰ ਇਹਨੇ ਕੀ ਬਣਾਈ? ਦਿੱਲੀ ਬਣਾਈ। ਇਸ ਤੋਂ ਬਾਅਦ ਅੱਜ ਤੱਕ ਆਪਣੀ ਰਾਜਧਾਨੀ ਕੀ ਹੈ? ਦਿੱਲੀ ਹੈ ਬੱਚਿਓ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਦਿੱਲੀ ਰਾਜਧਾਨੀ ਕਦੋਂ ਬਣੀ? ਲਾਰਡ ਹਾਰਡਿੰਗ ਦੇ ਦੌਰਾਨ 1911 ਤੋਂ ਬਾਅਦ ਬਣੀ। ਬੱਚਿਓ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਗੱਲ ਯਾਦ ਰਹੂਗੀ। ਬੱਚਿਓ 1916 ਦੇ ਵਿੱਚ ਲਾਰਡ ਹਾਰਡਿੰਗ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਵਾਇਸਰਾਏ ਵੀ ਬਣਾਇਆ, ਚਾਂਸਲਰ ਵੀ ਬਣਾਇਆ ਗਿਆ। ਇਹ ਤੁਹਾਡੇ ਯਾਦ ਹੋਣਾ ਚਾਹੀਦਾ ਲਾਰਡ ਹਾਰਡਿੰਗ। ਹਾਂ ਬੱਚਿਓ ਥੋੜ੍ਹੇ ਜਿਹੇ ਨਰਮਈ ਆ ਕੰਮ, ਨਰਮਈ ਤੌਰ 'ਤੇ ਇਹਨੇ ਕੰਮ ਕੀਤੇ, ਕੋਈ ਭੇਦਭਾਵ ਵਾਲਾ ਬਾਹਲਾ ਕੰਮ ਨਹੀਂ ਕੀਤਾ, ਪਰ ਫਿਰ ਵੀ ਆਪਣੇ ਨਾਲ ਇਹਨਾਂ ਦਾ ਕੰਮ ਸੀ ਵਪਾਰ ਕਰਨਾ, ਭਾਰਤ ਨੂੰ ਲੁੱਟਣਾ। ਬੱਚਿਓ ਇਹ ਤੁਹਾਡੇ ਚੇਤੇ ਰਹਿਣੀ ਚਾਹੀਦੀ ਗੱਲ, ਲਾਰਡ ਹਾਰਡਿੰਗ ਦੂਜੇ ਦੌਰਾਨ ਕੀ ਵਾਪਰਿਆ। ਤਾਂ ਬੱਚਿਓ ਮੈਂ ਰਿਪੀਟ ਕਰਦਾ, ਦਿੱਲੀ ਦਰਬਾਰ ਸਜਿਆ, ਦਿੱਲੀ ਰਾਜਧਾਨੀ ਬਣੀ ਅਤੇ ਦੂਜਾ ਵਿਸ਼ਵ ਯੁੱਧ ਚੱਲੇ ਬੱਚਿਓ। ਅਤੇ ਇਸ ਤੋਂ ਬਾਅਦ ਬੰਗਾਲ ਦੀ ਵੰਡ ਕੀ ਹੋ ਗਈ? ਰੱਦ ਹੋ ਗਈ ਬੱਚਿਓ ਹੁਣ ਇੱਥੇ ਆ ਕੇ। ਬੱਚਿਓ ਇਹ ਹੈ ਬੱਚਿਓ ਲਾਰਡ ਚੈਮਸਫੋਰਡ। ਇਹ ਕੀ ਹੈ ਬੱਚਿਓ? ਲਾਰਡ ਚੈਮਸਫੋਰਡ 1916 ਤੋਂ ਲੈ ਕੇ 1921 ਤੱਕ ਬੱਚਿਓ। ਲਾਰਡ ਚੈਮਸਫੋਰਡ ਬੱਚਿਓ ਇੱਕ ਵਾਰੀ ਬੱਚਿਓ ਇਹਨੂੰ ਦੇਖੋ, ਕਿਉਂਕਿ ਇਮੈਜੀਨੇਸ਼ਨ ਜਿੰਨੀ ਤੁਸੀਂ ਕਰੋਗੇ ਓਨਾ ਹੀ ਤੁਹਾਡਾ ਜਿਹੜਾ ਯਾਦ ਕਰਨ ਦਾ ਤੁਹਾਡਾ ਮੈਂ ਕਹਾਂ ਵੀ ਲੰਬੇ ਸਮੇਂ ਤੱਕ ਮੈਮਰੀ 'ਚ ਰਹਿਣ ਦਾ ਕਾਰਨ ਬਣੂਗਾ। ਚਲੋ ਬੱਚਿਓ ਇਹ ਵੀ ਤੁਹਾਨੂੰ ਤੁਸੀਂ ਇਸ ਨੂੰ ਦੇਖ ਲਿਆ ਹੋਣਾ। ਬੱਚਿਓ ਇਸ ਦੇ ਦੌਰਾਨ ਕੀ ਹੋਇਆ? ਬੱਚਿਓ ਮੈਂ ਤੁਹਾਨੂੰ ਦੱਸਾਂ, ਡੇਟ ਵੀ ਦੱਸ ਦਿੰਦਾ ਵੀ 13 ਅਪ੍ਰੈਲ 1919 ਨੂੰ ਕੀ ਵਾਪਰਿਆ ਸੀ। ਬੱਚਿਓ ਤੁਹਾਨੂੰ ਯਾਦ ਹੀ ਹੋਣਾ ਨਾ, ਜਲ੍ਹਿਆਂਵਾਲੇ ਬਾਗ ਦੀ ਘਟਨਾ ਬਹੁਤ ਦੁੱਖ ਦੀ ਘਟਨਾ ਸੀ ਬੱਚਿਓ, ਕਿਉਂਕਿ ਇਹਦਾ ਕਾਲ ਹੈ 1916 ਤੋਂ ਲੈ ਕੇ 1921। ਤਾਂ ਬੱਚਿਓ ਇਸੇ ਦੌਰਾਨ ਹੀ ਹੋਇਆ। ਕੀ ਹੋਇਆ ਬੱਚਿਓ? ਜਲ੍ਹਿਆਂਵਾਲੇ ਬਾਗ ਦਾ ਕਾਂਡ ਜਾਂ ਸਾਕਾ ਇਸੇ ਦੌਰਾਨ ਵਾਪਰਿਆ ਬੱਚਿਓ। ਤਾਂ ਬੱਚਿਓ ਇਸ ਤੋਂ ਬਾਅਦ ਇਹ ਹੋਇਆ ਬੱਚਿਓ ਇੱਕ 1916 ਦੇ ਵਿੱਚ ਪੂਨਾ ਦੇ ਵਿੱਚ ਬੱਚਿਓ ਮਹਿਲਾ ਯੂਨੀਵਰਸਿਟੀ ਬਣੀ। 1916 ਦੇ ਵਿੱਚ ਪੂਨਾ ਦੇ ਵਿੱਚ ਮਹਿਲਾ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਕਿਹਦੇ ਕਾਲ ਦੇ ਦੌਰਾਨ ਬੱਚਿਓ? ਉਹ ਬੰਦਾ ਜਾਂ ਉਹ ਵਾਇਸਰਾਏ ਕੌਣ ਬੱਚਿਓ? ਲਾਰਡ ਚੈਮਸਫੋਰਡ। ਕੌਣ ਬੱਚਿਓ? ਲਾਰਡ ਚੈਮਸਫੋਰਡ। ਅਤੇ ਬੱਚਿਓ ਜਲ੍ਹਿਆਂਵਾਲੇ ਬਾਗ ਦੀ ਘਟਨਾ ਵਾਪਰ ਤਾਂ ਗਈ ਸੀ, ਕਿਉਂਕਿ ਸੱਤਿਆਪਾਲ ਅਤੇ ਡਾਕਟਰ ਕਿਚਲੂ ਨੂੰ ਪਕੜ ਲਿਆ ਸੀ, ਉਹਦੇ ਵਿਰੋਧ ਦੇ ਵਿੱਚ ਆਪਾਂ ਇਕੱਠੇ ਹੋਏ ਸੀ ਜਲ੍ਹਿਆਂਵਾਲੇ ਬਾਗ ਦੇ ਵਿੱਚ। ਉੱਥੇ ਜਰਨਲ ਡਾਇਰ ਨੇ ਗੋਲੀ ਚਲਾਤੀ ਸੀ ਅਤੇ ਆਰਡਵਾਇਰ ਨੇ ਹੁਕਮ ਦਿੱਤਾ ਸੀ ਬੱਚਿਓ, ਅਤੇ ਜਿਹਦੇ ਕਰਕੇ
ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਮੌਤਾਂ ਹੋਈਆਂ। ਪਰ ਸਰਕਾਰੀ ਰਿਪੋਰਟ ਜਾਂ ਆਪਾਂ ਕਹਿ ਲਈਏ ਬੱਚਿਓ, ਇਸ ਤੋਂ ਬਾਅਦ ਇੱਕ ਕਮਿਸ਼ਨ ਬਣਾਇਆ ਗਿਆ ਸੀ ਇਹਨਾਂ ਦੀ ਸਾਰਿਆਂ ਦੀ ਜਾਂਚ ਪੜਤਾਲ ਕਰਨ ਵਾਸਤੇ। ਉਹ ਸੀ ਹੰਟਰ ਕਮਿਸ਼ਨ। ਹੰਟਰ ਕਮਿਸ਼ਨ ਨੇ ਬੱਚਿਓ ਸਿਰਫ 379 ਨੂਸੀ ਕਹਿੰਦੇ ਬੰਦੇ ਮਰੇ ਨੇ ਇੱਥੇ, ਜੋ ਕਿ ਸਿਰਫ ਤੇ ਸਿਰਫ ਝੂਠ ਲੱਗਿਆ। ਸਾਰੇ ਇੰਡੀਆ ਦੇ ਵਿੱਚ ਬੱਚਿਓ ਸੋਗ ਫੈਲ ਗਿਆ ਸੀ ਵੀ ਇਹ ਲੁਟੇਰੇ ਭਾਰਤੀਆਂ ਨੂੰ, ਹਰ ਇੱਕ ਬੰਦਾ ਥੂ ਥੂ ਕਰ ਰਿਹਾ ਸੀ। ਨਫ਼ਰਤ ਦੀ ਭਾਵਨਾ ਵਿੱਚ ਫੈਲ ਗਿਆ ਸੀ। ਤੁਹਾਨੂੰ ਪਤਾ ਹੀ ਹੋਣਾ ਊਧਮ ਸਿੰਘ ਵਰਗੇ ਇਹਨਾਂ ਘਟਨਾਵਾਂ ਨੇ ਪੈਦਾ ਕੀਤੇ ਹੋਏ ਸੀ ਬੱਚਿਓ। ਸਰਦਾਰ ਊਧਮ ਸਿੰਘ ਦਾ ਤੁਸੀਂ ਨਾਮ ਬਾਰੇ ਸਤਿਕਾਰ ਨਾਲ ਲੈਂਦੇ ਹੋ, ਯਾਦ ਵੀ ਕਰਦੇ ਹੋ। ਇੱਥੇ ਬੱਚਿਓ ਇਹੀ ਕਾਰਨ ਹੈ ਵੀ ਇਹਨਾਂ ਨੇ ਸ਼ਰੇਆਮ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਸੀ ਬੱਚਿਓ। ਫਿਰ ਮਹਾਤਮਾ ਗਾਂਧੀ ਨੇ ਅਸਹਿਯੋਗ ਅੰਦੋਲਨ ਚਲਾਇਆ, ਇਸੇ ਤੋਂ ਪ੍ਰਭਾਵਿਤ ਹੋ ਕੇ ਚਲਾਇਆ ਬੱਚਿਓ। ਅਤੇ ਇਸ ਤੋਂ ਬਾਅਦ ਗਾਂਧੀ ਨੇ ਉਪਾਧੀ ਵੀ ਵਾਪਸ ਕਰਤੀ ਸੀ ਬੱਚਿਓ। ਜਵਾਹਰ ਲਾਲ ਨਹਿਰੂ ਨੇ ਆਪਣੀ ਉਪਾਧੀ ਵਾਪਸ ਕਰਤੀ ਸੀ ਬੱਚਿਓ। ਅਤੇ ਇਸ ਤੋਂ ਬਾਅਦ ਬੱਚਿਓ ਰਵਿੰਦਰਨਾਥ ਟੈਗੋਰ ਨੇ ਆਪਣੀ ਨਾਈਟਹੁੱਡ ਦੀ ਉਪਾਧੀ ਬੱਚਿਓ ਬਹੁਤ ਵਾਪਸ ਕਰਤੀ ਸੀ ਇਹਨਾਂ ਨੂੰ, ਵੀ ਜਦੋਂ ਤੁਸੀਂ ਗੋਲੀਆਂ ਚਲਾ ਰਹੇ ਹੋ, ਸਾਡੇ ਲੋਕ ਮਾਰ ਰਹੇ ਹੋ, ਸਾਨੂੰ ਇਹ ਉਪਾਧੀਆਂ ਬਹੁਤੀਆਂ ਜਚਦੀਆਂ ਨਹੀਂ। ਤਾਂ ਜ਼ਿਲ੍ਹਿਆਂਵਾਲੇ ਬਾਗ ਦੀ ਬੱਚਿਓ ਘਟਨਾ ਤੁਹਾਡੇ ਯਾਦ ਰਹੂਗੀ। ਅਤੇ ਉਸ ਸਮੇਂ ਲਾਰਡ ਚੈਮਸਫੋਰਡ ਸੀ ਬੱਚਿਓ। ਕਾਰਨ ਉਹਦਾ ਇਹ ਸੀ ਵੀ 1919 ਦੇ ਵਿੱਚ ਰੋਅਲੈਟ ਐਕਟ ਚਲਾਇਆ ਗਿਆ ਸੀ। 1919 ਦੇ ਵਿੱਚ ਰੋਅਲੈਟ ਐਕਟ ਤਾਂ ਚਲਾਇਆ ਗਿਆ ਸੀ ਬੱਚਿਓ ਵੀ ਕੋਈ ਵੀ 4 ਬੰਦੇ ਇਕੱਠੇ ਹੁੰਦੇ ਨੇ ਤਾਂ ਉਹਨਾਂ ਨੂੰ ਬਿਨਾਂ ਸ਼ੱਕ ਦੇ ਆਧਾਰ 'ਤੇ, ਕੋਈ ਵੀ ਬਿਨਾਂ ਟਰਾਇਲ ਕੀਤੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ, ਉਹ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਸੀ। ਇਹਦਾ ਵਿਰੋਧ ਵੀ ਹੋਇਆ ਸੀ ਬੱਚਿਓ। ਅਤੇ ਇਸੇ ਕਰਕੇ ਅੱਗੇ ਘਟਨਾ ਹੋਈ ਆਪਣੇ ਜਲ੍ਹਿਆਂਵਾਲਾ ਕਾਂਡ ਦੀ ਵਾਪਰਾ ਹੋਏ। ਇਸ ਤੋਂ ਬਾਅਦ ਇਸ ਦੇ ਕਾਲ ਦੇ ਦੌਰਾਨ ਬੱਚਿਓ ਇੱਕ ਘਟਨਾ ਹੋਰ ਹੋਈ। ਸੈਂਟਰਲ ਆਯੋਗ ਦੀ ਨਿਯੁਕਤੀ ਹੋਈ ਬੱਚਿਓ। ਸੈਂਟਰਲ ਕਮਿਸ਼ਨ ਦੀ 1719 ਦੇ ਵਿੱਚ ਬੱਚਿਓ। ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਕ ਇੱਥੇ ਹੋਰ ਪਲੱਸ ਪੁਆਇੰਟ ਦੱਸਦਾ ਵੀ ਮਹਾਤਮਾ ਗਾਂਧੀ ਨੇ ਚੰਪਾਰਨ ਸੱਤਿਆਗ੍ਰਹਿ ਵੀ ਇਸੇ ਕਾਲ ਦੇ ਦੌਰਾਨ ਕੀਤਾ ਸੀ ਬੱਚਿਓ। 1915 ਦੇ ਵਿੱਚ ਮਹਾਤਮਾ ਗਾਂਧੀ ਜੀ ਆਏ ਸੀ ਅਤੇ 1917 ਦੇ ਵਿੱਚ ਉਹਨਾਂ ਨੇ ਚੰਪਾਰਨ ਦੇ ਬਿਹਾਰ ਦੇ ਵਿੱਚ ਜਗ੍ਹਾ ਹੈ ਬੱਚਿਓ। ਅਤੇ ਉੱਥੇ ਇਹਨਾਂ ਨੇ ਕੀ ਕੀਤਾ, ਸੱਤਿਆਗ੍ਰਹਿ ਕੀਤਾ, ਜਿਹਦੇ ਕਰਕੇ ਨੀਲ ਦੀ ਖੇਤੀ, ਤੁਹਾਨੂੰ ਪਤਾ ਹੀ ਹੈ ਨੀਲ ਦੀ ਖੇਤੀ ਬੱਚਿਓ ਬਹੁਤ ਧੱਕੇ ਨਾਲ ਕਰਾਉਂਦੇ ਸੀ ਇਹ, ਵੀ 1/3, 1/3, 1/4 ਤੁਸੀਂ ਬੀਜਣੀ ਬੀਜਣਾ। ਜਿੱਥੇ ਬੱਚਿਓ ਨੀਲ ਦੀ ਖੇਤੀ ਇੱਕ ਵਾਰੀ ਹੋ ਜਾਂਦੀ ਸੀ, ਉਸ ਖੇਤ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਸੀ, ਕਿਸਾਨਾਂ ਨੂੰ ਬਹੁਤ ਹਾਨੀ ਹੋ ਰਹੀ ਸੀ। ਇਸ ਕਰਕੇ ਮਹਾਤਮਾ ਗਾਂਧੀ ਨੇ ਇਹਦਾ ਵਿਰੋਧ ਕੀਤਾ ਚੰਪਾਰਨ ਦੇ ਵਿੱਚ ਜਾ ਕੇ। ਅਤੇ ਉਸ ਦੌਰਾਨ ਬੱਚਿਓ ਚੰਪਾਰਨ ਦੇ ਵਿੱਚ ਰਾਜਨਾਥ ਸ਼ੁਕਲਾ ਜੀ ਇਹਨਾਂ ਨੂੰ ਲੈ ਕੇ ਗਏ ਸੀ ਮਹਾਤਮਾ ਗਾਂਧੀ ਜੀ ਨੂੰ। ਤਾਂ ਅਗਲੇ ਸਾਲ ਹੀ ਮਹਾਤਮਾ ਗਾਂਧੀ ਨੇ ਖੁਦ ਇੱਕ ਗੁਜਰਾਤ ਦੇ ਵਿੱਚ ਖੇੜਾ ਦੇ ਵਿੱਚ ਸੱਤਿਆਗ੍ਰਹਿ ਚਲਾਇਆ। ਉਹ ਖੁਦ ਦਾ ਸੀ। 2 ਸੱਤਿਆਗ੍ਰਹਿ ਤੁਸੀਂ ਮਹਾਤਮਾ ਗਾਂਧੀ ਜੀ ਦੇ ਤੇ ਯਾਦ ਰੱਖਣੇ, ਪੁੱਛ ਲੈਂਦੇ ਨੇ ਪੇਪਰ 'ਚ ਬੱਚਿਓ। ਇਹ ਚੰਪਾਰਨ ਦੇ ਵਿੱਚ ਖੁਦ ਦਾ ਨਹੀਂ ਸੀ, ਰਾਮ ਕੁਮਾਰ ਸ਼ੁਕਲਾ ਜੀ ਲੈ ਗਏ ਸੀ, ਅਤੇ ਖੇੜਾ ਵਾਲਾ ਇਹਨਾਂ ਦਾ ਖੁਦ ਦਾ ਸੀ, ਮਹਾਤਮਾ ਗਾਂਧੀ ਜੀ ਦਾ। ਬੱਚਿਓ ਮੈਨੂੰ ਲੱਗਦਾ ਵੀ ਤੁਹਾਡੇ ਦਿਮਾਗ ਦੇ ਵਿੱਚ ਇਹਦੇ ਕੰਮ ਫਿੱਟ ਹੋ ਗਏ ਹੋਣੇ। ਅਤੇ ਇੱਕ ਬੱਚਿਓ 1900 ਆਪਣਾ ਮਿੰਟੋ ਦੇ ਕਾਲ ਦੇ ਦੌਰਾਨ ਵੰਡ ਹੋ ਗਈ ਸੀ ਆਪਣੇ ਮੁਸਲਮਾਨਾਂ ਅਤੇ ਭਾਰਤੀਆਂ ਦੇ ਵਿੱਚ। ਪਰ ਲਖਨਊ ਸੈਸ਼ਨ ਹੁੰਦਾ ਬੱਚਿਓ ਇੱਕ ਕਾਂਗਰਸ ਦਾ 1916 ਦੇ ਵਿੱਚ। ਉੱਥੇ ਬੱਚਿਓ ਇਹਨੂੰ ਲਖਨਊ ਸੈਸ਼ਨ ਦੇ ਵਿੱਚ ਮੁਸਲਮਾਨਾਂ ਅਤੇ ਭਾਰਤੀ ਆਪਸ ਵਿੱਚ ਸਾਥ ਦੇਣ ਦੇ ਲਈ ਜੁੜਨ ਲੱਗ ਗਏ ਸੀ। ਇਹ ਵੀ ਇੱਥੇ ਪੁਆਇੰਟ ਆ ਬੱਚਿਓ। ਮੈਂ ਦੁਬਾਰਾ ਰਿਪੀਟ ਕਰਦਾ ਬੱਚਿਓ, ਲਾਰਡ ਚੈਮਸਫੋਰਡ ਦੇ ਜਿਹੜੇ ਕੰਮ ਨੇ, ਉਹ ਪਹਿਲਾ ਹੈਗਾ ਮਹਿਲਾ ਯੂਨੀਵਰਸਿਟੀ ਬਣਾਈ, ਦੂਸਰੀ ਬੱਚਿਓ ਰੋਅਲੈਟ ਐਕਟ ਬਣਾਇਆ, ਤੀਸਰਾ ਸੈਂਟਰਲ ਕਮਿਸ਼ਨ ਬਣਿਆ ਬੱਚਿਓ। ਇਸ ਤੋਂ ਬਾਅਦ ਜ਼ਿਲ੍ਹਿਆਂਵਾਲੇ ਬਾਗ ਦਾ ਜਿਹੜਾ ਕਾਂਡ ਹੋਇਆ ਉਹ ਵੀ ਇੱਥੇ ਸ਼ੁਰੂ ਹੋਇਆ। ਖਿਲਾਫਤ ਅੰਦੋਲਨ ਜਿਹਦੇ ਵਿਰੋਧ ਦੇ ਵਿੱਚ ਹੋਇਆ ਇੱਥੇ ਹੀ ਬੱਚਿਓ। ਅਤੇ ਬੱਚਿਓ ਅਸਹਿਯੋਗ ਅੰਦੋਲਨ ਗਾਂਧੀ ਜੀ ਨੇ ਚਲਾਇਆ, ਇਹ ਵੀ ਇਸ ਕਾਲ ਦੇ ਦੌਰਾਨ ਹੀ ਹੋਇਆ। ਤਾਂ ਮੈਂ ਵੀ ਬੱਚਿਓ ਤੁਹਾਡੇ ਲਾਰਡ ਚੈਮਸਫੋਰਡ ਦੇ ਕੰਮ ਨੇ ਜਿਹੜੇ ਉਹ ਫਿੱਟ ਬਹਿ ਗਏ ਹੋਣ ਦਿਮਾਗ ਦੇ ਵਿੱਚ ਬੱਚਿਓ। ਅਗਲਾ ਹੈਗਾ 1921 ਤੋਂ ਲੈ ਕੇ 1926 ਤੱਕ ਦਾ ਕਾਲ ਹੈ, ਉਹ ਲਾਰਡ ਰੀਡਿੰਗ। ਕੌਣ ਹੈ ਬੱਚਿਓ? ਲਾਰਡ ਰੀਡਿੰਗ। 1921 ਤੋਂ ਲੈ ਕੇ 1926 ਦੇ ਦੌਰਾਨ, 1921 ਤੋਂ ਲੈ ਕੇ ਬੱਚਿਓ 1926 ਦੌਰਾਨ ਲਾਰਡ ਰੀਡਿੰਗ। ਬੱਚਿਓ ਇੱਕ ਮੈਂ ਤੁਹਾਨੂੰ ਦੱਸਦਾ, ਗਾਂਧੀ ਜੀ ਦਾ ਜਿਹੜਾ ਅਸਹਿਯੋਗ ਅੰਦੋਲਨ ਹੈ ਉਹ ਚੱਲ ਰਿਹਾ ਹੈ। ਕਦੋਂ ਚੱਲਿਆ ਸੀ? 1900 ਬੱਚਿਓ
1920 ਦੇ ਵਿੱਚ ਚਲਾਤਾ ਸੀ ਇਹਨਾਂ ਨੇ, ਕਿਉਂਕਿ ਜਲ੍ਹਿਆਂਵਾਲੇ ਕਾਂਡ ਤੋਂ ਬਾਅਦ। ਤਾਂ ਬੱਚਿਓ ਇੱਥੇ ਆ ਕੇ ਜਿਹੜਾ ਲਾਰਡ ਰੀਡਿੰਗ ਦੇ ਦੌਰਾਨ ਉਹਨਾਂ ਨੇ ਜਿਹੜਾ ਅਸਹਿਯੋਗ ਅੰਦੋਲਨ ਸੀ ਵਾਪਸ ਲੈ ਲਿਆ ਸੀ। ਉਹਦਾ ਕਾਰਨ ਇਹ ਸੀ ਬੱਚਿਓ, ਚੋਰੀ ਚੋਰਾ ਕਾਂਡ ਲਾਰਡ ਰੀਡਿੰਗ ਦੌਰਾਨ ਹੀ ਵਾਪਰੀ ਉਹ। ਕਿਉਂਕਿ ਬੱਚਿਓ ਗਾਂਧੀ ਜੀ ਅਹਿੰਸਾ ਦੇ ਪੁਜਾਰੀ ਸੀ। ਉਹ ਕੋਈ ਵੀ ਇਹੋ ਜਿਹਾ ਕੰਮ ਨਹੀਂ ਚਾਹੁੰਦੇ ਸੀ ਵੀ ਕੋਈ ਮਾਰ ਕੁੱਟ ਹੋਵੇ ਜਾਂ ਕਿਸੇ ਨੂੰ ਮਾਰਿਆ ਜਾਵੇ ਜਾਂ ਕਿਸੇ ਨੂੰ ਅੱਗ ਲਾਈ ਜਾਵੇ। ਪਰ ਭਾਰਤੀ ਸਿਪਾਹੀਆਂ ਨੇ ਥਾਣੇ ਨੂੰ ਅੱਗ ਲਾਤੀ ਸੀ ਬੱਚਿਓ। ਉਹਨੂੰ ਚੋਰੀ ਚੋਰਾ ਕਾਂਡ ਕਿਹਾ ਜਾਂਦਾ ਬੱਚਿਓ। ਅਤੇ ਜਿਹਦੇ ਕਾਰਨ ਗਾਂਧੀ ਜੀ ਦੇ ਦਿਲ ਵਿੱਚ ਥੋੜ੍ਹਾ ਜਿਹਾ ਗੁੱਸਾ ਪੈਦਾ ਹੋਇਆ। ਉਹਨੇ ਅਸਹਿਯੋਗ ਅੰਦੋਲਨ ਬੰਦ ਕਰਤਾ, ਵਾਪਸ ਲੈ ਲਿਆ। ਬੱਚਿਓ ਇਸ ਘਟਨਾ ਨੇ ਪੂਰੇ ਭਾਰਤ ਦੇ ਵਿੱਚ ਗਾਂਧੀ ਨੂੰ ਇੱਕ ਕਹਿ ਲਈਏ ਬਦਨਾਮੀ, ਕਲੰਕ ਜਿਹਾ ਸ਼ੋਅ ਕਰਤਾ। ਕਾਰਨ ਇਹ ਸੀ ਬੱਚਿਓ, ਭਾਵੇਂ ਗਾਂਧੀ ਜੀ ਮਾੜੇ ਨਹੀਂ ਸੀ, ਆਪਦੀ ਸਿਧਾਂਤਾਂ 'ਤੇ ਖੜ੍ਹੇ ਸਨ, ਪਰ ਬੱਚਿਓ ਸਾਰਾ ਜਿਹੜਾ ਪੰਜਾਬ ਸੀ, ਜਿਹੜਾ ਸਾਰਾ ਇੰਡੀਆ ਸੀ, ਉਹ ਇਹ ਗੱਲ ਦੇ ਵਿੱਚ ਸੀ ਵੀ ਆਪਾਂ ਆਪਣੇ ਇੰਨੇ ਲੱਖਾਂ ਬੰਦੇ ਮਾਰ ਰਹੇ ਨੇ ਇਹ, ਆਪਾਂ ਕੁਛ ਬੰਦੇ ਇਹਨਾਂ ਨੂੰ ਉਹ ਕਰ ਸਕਦੇ। ਕਿਉਂਕਿ ਬੱਚਿਓ ਗਾਂਧੀ ਨਰਮ ਦਲੀਆ ਸੀ, ਕੁਛ ਜਿਹੜੇ ਗਰਮ ਦਲੀਏ ਸੀ ਉਹ ਇਹਦਾ ਵਿਰੋਧ ਕਰ ਰਹੇ ਸੀ। ਇਸ ਕਰਕੇ ਗਾਂਧੀ ਜੀ ਦਾ ਸਾਥ ਦੇਣ ਕਈ ਗਰਮ ਦਲੀਏ, ਕਈ ਜਿਹੜੇ ਲੀਡਰ ਨੇ ਸਾਥ ਛੱਡ ਗਏ ਸੀ ਬੱਚਿਓ ਇੱਥੇ। ਤਾਂ ਇਹ ਯਾਦ ਰੱਖਣਾ ਬੱਚਿਓ, ਚੌਰੀ ਚੌਰਾ ਦੇ ਕਾਂਡ ਦੇ ਦੌਰਾਨ ਕੀ ਹੋ ਗਿਆ ਸੀ, ਕਈ ਲੀਡਰ ਸਾਥ ਛੱਡ ਗਏ ਸੀ। ਇੱਥੋਂ ਤੱਕ ਕਿ ਬੱਚਿਓ ਚਿਤਰੰਜਨ ਦਾਸ, ਮੋਤੀ ਲਾਲ ਨਹਿਰੂ ਨੇ 1923 ਦੇ ਵਿੱਚ ਸਵਰਾਜ ਪਾਰਟੀ ਬਣਾ ਲਈ ਸੀ। ਉਹ ਇਹੀ ਕਾਰਨ ਸੀ ਬੱਚਿਓ ਅਲੱਗ ਪਾਰਟੀ ਬਣਾਉਣ ਦਾ। ਕੀ ਕਾਰਨ ਸੀ ਵੀ ਉਹ ਗੁੱਸੇ ਸੀ ਉਹਨਾਂ ਤੋਂ, ਗਾਂਧੀ ਜੀ ਹੋਰਾਂ ਤੋਂ। ਦਾ ਯਾਦ ਰੱਖਣਾ, ਚਿਤਰੰਜਨ ਦਾਸ ਅਤੇ ਮੋਤੀ ਲਾਲ ਨਹਿਰੂ ਨੇ 1923 ਦੇ ਵਿੱਚ ਸਵਰਾਜ ਪਾਰਟੀ ਬਣਾਈ ਸੀ। ਤਾਂ ਲਾਰਡ ਰੀਡਿੰਗ ਦੇ ਦੋ ਘਟਨਾਵਾਂ ਤੁਹਾਡੇ ਉਸ ਕਾਲ ਦੇ ਦੌਰਾਨ ਤੁਹਾਨੂੰ ਪਤਾ ਲੱਗੀਆਂ ਹੋਣਗੀਆਂ। ਤਾਂ ਬੱਚਿਓ ਤਾਂ ਇੱਕ ਇੱਥੇ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਬਣਦੀ ਹੈ। ਕਮਿਊਨਿਸਟ ਬੰਦਾ M.N. ਰਾਓ। 1920 ਦੇ ਵਿੱਚ M.N. ਰਾਓ ਨੇ ਕੀ ਬਣਾਤੀ ਸੀ ਬੱਚਿਓ, ਕਮਿਊਨਿਸਟ ਪਾਰਟੀ ਬਣਾਤੀ ਸੀ। ਤਾਂ ਬੱਚਿਓ ਇਹਨੇ ਤਾਸ਼ਕੰਦ ਦੇ ਵਿੱਚ ਕਮਿਊਨਿਸਟ ਪਾਰਟੀ ਦਾ ਗਠਨ ਕੀਤਾ ਸੀ M.N. ਰਾਓ ਨੇ। ਇਹ ਬੱਚਿਓ ਉਹੀ ਬੰਦਾ ਹੈ, ਉਹੀ ਪਰਸਨੈਲਿਟੀ ਹੈ ਜਿਹੜਾ ਅੱਗੇ ਜਾ ਕੇ ਆਪਾਂ ਨੂੰ ਸੰਵਿਧਾਨ ਬਣਾਉਣ ਦੀ ਸਲਾਹ ਦੇਊਗਾ। ਆਪਾਂ ਨੂੰ ਕਹੂਗਾ ਵੀ ਸੰਵਿਧਾਨ ਬਣਾਇਆ ਜਾਵੇ। ਸੰਵਿਧਾਨ ਬਣਾਉਣ ਦੇ ਲਈ ਸਭ ਤੋਂ ਵੱਡਾ ਜਿਹੜਾ ਕਦਮ ਹੈ ਉਹ M.N. ਰਾਓ ਦਾ ਬੱਚਿਓ, ਜਿਹਨੇ ਕਮਿਊਨਿਸਟ ਪਾਰਟੀ ਬਣਾਈ ਸੀ। ਤਾਂ ਇਹ ਰੱਖਣਾ ਬੱਚਿਓ। ਮੈਂ ਦੁਬਾਰੇ ਲਾਰਡ ਰੀਡਿੰਗ ਦੇ ਦੌਰਾਨ ਬੱਚਿਓ ਕੰਮ ਦੁਬਾਰੇ ਰਿਪੀਟ ਕਰਦਾ, ਚੌਰੀ ਚੌਰਾ ਦਾ ਕਾਂਡ ਅਤੇ ਅਸਹਿਯੋਗ ਅੰਦੋਲਨ ਦਾ ਬੰਦ ਹੋਣਾ, ਅਤੇ ਬੱਚਿਓ ਸਵਰਾਜ ਪਾਰਟੀ ਦੀ ਸਥਾਪਨਾ 1923 ਵਿੱਚ ਚਿਤਰੰਜਨ ਦਾਸ ਅਤੇ ਮੋਤੀ ਲਾਲ ਨਹਿਰੂ ਨੇ। ਤਾਂ ਬੱਚਿਓ ਇੱਕ ਭਾਰਤੀ ਕਮਿਊਨਿਸਟ ਪਾਰਟੀ ਬੱਚਿਓ ਹੋਈ ਕਾਮਰੇਡ ਹੁੰਦੇ ਨੇ ਇਹ, ਮਾਰਕਸਵਾਦ ਦੇ ਸਿਧਾਂਤਾਂ 'ਤੇ ਚੱਲਦੇ ਨੇ। M.N. ਰਾਓ ਕਮਿਊਨਿਸਟ ਬੰਦਾ ਸੀ, ਤਾਂ ਉਹਨੇ ਆਪਣੀ ਪਾਰਟੀ ਬਣਾਈ ਸੀ। ਯਾਦ ਰੱਖਣਾ ਬੱਚਿਓ, ਇਹ ਪੁੱਛ ਲੈਂਦੇ ਕਿੱਥੇ ਬਣਾਈ ਸੀ ਕਈ ਵਾਰੀ, ਤਾਂ ਇਹ ਵੀ ਤਾਸ਼ਕੰਦ ਯਾਦ ਰੱਖਣਾ। ਲਾਰਡ ਰੀਡਿੰਗ ਸੀ ਬੱਚਿਓ। ਇਸ ਤੋਂ ਬਾਅਦ ਬੱਚਿਓ ਆਹ ਪਰਸਨੈਲਿਟੀ ਵੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ। ਲਾਰਡ ਇਰਵਿਨ ਹੈ ਇਹ, ਇੱਕ ਵਾਰੀ ਦੇਖ ਲਓ ਬੱਚਿਓ। ਲਾਰਡ ਇਰਵਿਨ ਬੱਚਿਓ 1926 ਤੋਂ ਲੈ ਕੇ 1931 ਤੱਕ ਕਾਲ ਇਹਦਾ। 1926 ਤੋਂ ਲੈ ਕੇ 1931 ਤੱਕ ਕਾਲ ਇਹਦਾ। ਕਿਹਦਾ? ਲਾਰਡ ਇਰਵਿਨ ਬੱਚੇ ਥੋੜ੍ਹੇ ਬਹੁਤ, ਕਿਉਂਕਿ ਇਹ ਮੋਡਰਨ ਹਿਸਟਰੀ ਦਾ ਬਹੁਤ ਇਹਨਾਂ ਨੇ ਇਸ ਕਾਲ ਦੇ ਦੌਰਾਨ ਬਹੁਤ ਕੰਮ ਹੁੰਦੇ ਨੇ ਇਸ ਤਰ੍ਹਾਂ ਦੇ। ਕਿਉਂਕਿ ਪਹਿਲੀ ਗੋਲਮੇਜ ਕਾਨਫਰੰਸ 20 ਨਵੰਬਰ 1930 ਨੂੰ ਜਿਹੜੀ ਹੁੰਦੀ ਹੈ, 20 ਨਵੰਬਰ 1930 ਨੂੰ ਪਹਿਲੀ ਗੋਲਮੇਜ ਕਾਨਫਰੰਸ ਦੌਰਾਨ ਕਿਹੜਾ ਵਾਇਸਰਾਏ ਭਾਰਤ ਵਿੱਚ ਸੀ? ਉਹ ਸੀ ਲਾਰਡ ਇਰਵਿਨ। ਕੌਣ ਸੀ ਬੱਚਿਓ? ਲਾਰਡ ਇਰਵਿਨ। ਅਤੇ ਗਾਂਧੀ ਨੇ ਸਿਵਲ ਨਾ ਫਰਮਾਨੀ ਅੰਦੋਲਨ ਚਲਾਉਣਾ। ਸਿਵਲ ਨਾ ਫਰਮਾਨੀ ਜਾਂ ਆਪਾਂ ਕਹਿ ਲਈਏ ਨਮਕ ਅੰਦੋਲਨ, ਆਪਣੇ ਆਸ਼ਰਮ ਤੋਂ ਲੈ ਕੇ ਡਾਂਡੀ ਤੱਕ ਯਾਤਰਾ ਕੀਤੀ ਬੱਚਿਓ, ਜਿਹਦੇ ਵਿੱਚ ਰਾਜਿੰਦਰ ਪ੍ਰਸਾਦ ਵੀ ਉਹਨਾਂ ਦੇ ਨਾਲ ਸੀ। ਅਤੇ ਪੂਰਾ ਭਾਰਤ ਨਾਲ ਹੋ ਗਿਆ ਸੀ ਗਾਂਧੀ ਦੇ ਨਾਲ। ਕਿਉਂਕਿ ਗਾਂਧੀ ਦੇ ਜਿਹੜੇ ਸਿਧਾਂਤ ਸੀ ਬੱਚਿਓ, ਇਹ ਨਹੀਂ ਸੀ ਵੀ ਬੰਬ ਚਲਾਉਣਾ ਜਾਂ ਕੋਈ ਗਰਮ ਹੋਣਾ। ਉਹ ਇਹ ਸੀ ਬੱਚਿਓ ਵੀ ਪੂਰੇ ਭਾਰਤ ਨੂੰ ਜਾਗਰੂਕ ਵੀ ਰੱਖਣਾ ਅਤੇ ਲੋਕਾਂ ਦੇ ਅਤੇ ਇਹਨਾਂ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣਾ ਵੀ।
ਤਾਂ ਬੱਚੋ ਇਹ ਯਾਦ ਰੱਖਣਾ ਵੀ ਪਹਿਲੀ ਗੋਲ ਮੇਜ਼ ਕਾਨਫਰੰਸ ਹੋਈ ਇਸੇ ਦੌਰਾਨ, ਉਸ ਸਿਵਲ ਨਾ ਪ੍ਰਵਾਨਣੀ ਵੀ ਇਸੇ ਕਾਲ ਦੇ ਦੌਰਾਨ ਚਲਾਇਆ ਗਾਂਧੀ ਜੀ ਨੇ। ਤਾਂ ਬੱਚੋ ਇੱਥੇ ਜਤਨ ਦਾਸ ਨੇ ਭੁੱਖ ਹੜਤਾਲ ਰੱਖੀ ਬੱਚੋ, ਅਤੇ ਉਸ ਭੁੱਖ ਹੜਤਾਲ ਦੇ ਵਿੱਚ ਇਹ ਕ੍ਰਾਂਤੀਕਾਰੀ ਜਿਹੜਾ ਜਤਨ ਦਾਸ ਸੀ ਉਹਦੀ ਮ੍ਰਿਤੂ ਹੋ ਗਈ ਸੀ, ਮੌਤ ਹੋ ਗਈ ਸੀ ਬੱਚੋ। ਇਹ ਵੀ ਤੁਸੀਂ ਯਾਦ ਰੱਖਣਾ ਬੱਚੋ। ਸਭ ਤੋਂ ਵੱਡਾ ਇਹਦੇ ਜਿਹੜਾ ਕਾਲ ਦੇ ਦੌਰਾਨ ਹੋਇਆ ਕੰਮ ਉਹ ਹੈ 3 ਫਰਵਰੀ 1928। ਯਾਦ ਕਰੋ ਕੀ ਹੋਇਆ ਸੀ 3 ਫਰਵਰੀ 1928 ਨੂੰ? ਸਾਈਮਨ ਕਮਿਸ਼ਨ ਦਾ ਭਾਰਤ ਆਉਣਾ। ਬੱਚੇ ਮੈਨੂੰ ਤੁਸੀਂ ਦੱਸ ਸਕਦੇ ਹੋ ਵੀ ਇਹ ਭਾਰਤ ਕਿਉਂ ਆਇਆ ਸੀ? ਹਾਂਜੀ ਬੱਚੋ, ਚਲੋ ਬੱਚੋ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦਾ ਭਾਰਤ ਆਉਣ ਦਾ ਕਾਰਨ ਇਹ ਸੀ ਵੀ ਇਹਨੇ 1919 ਦੇ ਮੈਂਟੈਗੂ ਚੈਮਸਫੋਰਡ ਸੁਧਾਰ ਸੀ ਬੱਚੋ, ਜਿਹੜਾ ਮੈਂ ਤੁਹਾਨੂੰ ਕਰਾ ਕੇ ਲਾਰਡ ਚੈਮਸਫੋਰਡ, ਉਹਨੇ ਉੱਥੇ ਇੱਕ ਐਕਟ ਪਾਸ ਕੀਤਾ ਸੀ ਬੱਚੋ, ਉਹਦੀ ਜਾਂਚ ਪੜਤਾਲ ਲਈ ਭਾਰਤ ਦੇ ਵਿੱਚ ਆਇਆ ਸੀ। ਉਹਦੀ ਜਾਂਚ ਪੜਤਾਲ 1919 ਵਾਲੇ ਐਕਟ ਦੇ ਜਾਂਚ ਪੜਤਾਲ ਕਰਨੀ ਸੀ ਬੱਚੋ, ਜਿਹੜਾ ਚੈਮਸਫੋਰਡ ਹੋਰਾਂ ਨੇ ਬਣਾਇਆ ਸੀ ਇਹ। ਤਾਂ 3 ਫਰਵਰੀ 1928 ਨੂੰ ਭਾਰਤ ਵਿੱਚ, ਜਿਹਦੇ ਕਰਕੇ ਇਹਦਾ ਵਿਰੋਧ ਹੋਇਆ ਥਾਂ ਥਾਂ 'ਤੇ। ਲਾਲਾ ਲਾਜਪਤ ਰਾਏ ਜੀ ਨੂੰ ਅਤੇ ਸੋਟੀਆਂ ਚਲਾਈਆਂ ਗਈਆਂ ਜਿਨ੍ਹਾਂ ਕਰਕੇ ਉਹਨਾਂ ਦੀ ਮੌਤ ਹੋਈ ਸੀ। ਤਾਂ ਬੱਚੋ ਇਹ ਤੁਸੀਂ ਯਾਦ ਰੱਖਣਾ ਵੀ ਇਸ ਵੇਲੇ ਕੌਣ ਸੀ, ਜਦੋਂ ਪੁੱਛ ਲੈਣਗੇ ਹੁਣ ਹਰੇਕ ਨੂੰ ਪਤਾ ਬੱਚੋ ਸਾਈਮਨ ਕਮਿਸ਼ਨ ਭਾਰਤ ਆਇਆ ਸੀ 3 ਫਰਵਰੀ 1928, ਪਰ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਵਾਇਸਰਾਏ ਸੀ। ਤਾਂ ਲਾਰਡ ਇਰਬਨ ਯਾਦ ਰੱਖਣਾ ਬੱਚੋ। ਤਾਂ ਬੱਚੋ ਇੱਕ ਤਾਂ ਇਹ ਹੋ ਗਿਆ ਜਤਨ ਦਾਸ ਭੁੱਖ ਹੜਤਾਲ ਦੇ ਵਿੱਚ, ਦੂਸਰਾ ਬੱਚੋ ਸਾਈਮਨ ਕਮਿਸ਼ਨ ਹੋ ਗਿਆ, ਤੀਸਰਾ ਬੱਚੋ ਸਿਵਲ ਨਾ ਫਰਮਾਨੀ ਹੋ ਗਿਆ, ਅਤੇ ਚੌਥਾ ਬੱਚੋ ਪਹਿਲੀ ਗੋਲ ਮੇਜ਼ ਕਾਨਫਰੰਸ 12 ਨਵੰਬਰ 1930 ਨੂੰ। ਅਤੇ ਬੱਚੋ ਇੱਕ ਕੰਮ ਬਹੁਤ ਘੈਂਟ ਰਹਿ ਗਿਆ ਇੱਥੇ, 1929 ਨੂੰ ਕਾਂਗਰਸ ਦਾ ਲਾਹੌਰ ਦੇ ਵਿੱਚ ਸੈਸ਼ਨ ਚੱਲਦਾ ਬੱਚੋ। ਲਾਹੌਰ ਦੇ ਵਿੱਚ ਸੈਸ਼ਨ ਕਹਿ ਲਓ ਬੱਚੋ, ਲਾਹੌਰ ਮੀਟਿੰਗ ਕਹਿ ਲਓ, ਸੈਸ਼ਨ ਕਾਂਗਰਸ ਇਕੱਠੇ ਹੁੰਦੇ ਨੇ, ਕਾਂਗਰਸ ਦੇ ਸਾਰੇ ਲੀਡਰ ਇਕੱਠੇ ਹੁੰਦੇ ਨੇ ਜਿਹੜੇ 1985 ਦੇ ਵਿੱਚ ਬਣੇ ਸੀ, ਇਹ ਉਹ ਤਿਆਰ ਕੀਤੇ ਸੀ, ਪਾਰਟੀ ਉਹੀ ਇਕੱਠੀ ਹੋਈ। ਤਾਂ ਬੱਚੋ ਇੱਥੇ ਜਦੋਂ ਸਾਈਮਨ ਕਮਿਸ਼ਨ ਦਾ ਵਿਰੋਧ ਹੋ ਜਾਂਦਾ ਬੱਚੋ, ਤਾਂ ਮੋਤੀ ਲਾਲ ਨਹਿਰੂ ਵਰਗੇ ਜਿਹੜੇ ਆਪਣੇ ਕਾਂਗਰਸ ਲੀਡਰ ਨੇ ਉਹ ਸੰਵਿਧਾਨ ਬਣਾਉਣ ਦੀ ਸੋਚਣ ਲੱਗ ਜਾਂਦੇ ਨੇ। ਤਾਂ ਨਹਿਰੂ ਰਿਪੋਰਟ ਵੀ ਇੱਕ ਛੋਟਾ ਸੰਵਿਧਾਨ ਵੀ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਨੇ ਬੱਚੋ, ਜਿਹੜੇ ਭਾਰਤ ਜਿਹੜਾ ਅੰਗਰੇਜ਼ ਇਹਨੂੰ ਰਿਜੈਕਟ ਕਰ ਦਿੰਦੇ ਨੇ। ਇਸ ਰਿਜੈਕਟ ਕਰਨ ਤੋਂ ਬਾਅਦ ਬੱਚੋ ਇਹ ਮੰਗ ਲੈਂਦੇ ਨੇ ਵੀ ਅਸੀਂ ਸਵਰਾਜ ਲੈਣਾ ਹੁੰਦਾ। ਤਾਂ ਤੁਹਾਨੂੰ ਪਤਾ ਹੋਣਾ ਬੱਚੋ ਇਹ ਰਾਵੀ ਦੇ ਕੰਢੇ 'ਤੇ ਪਹਿਲੀ ਵਾਰੀ 1900 ਦਸੰਬਰ ਦੇ ਵਿੱਚ ਝੰਡਾ ਲਹਿਰਾ ਦਿੰਦੇ ਨੇ। ਤਾਂ 26 ਜਨਵਰੀ 1930 ਨੂੰ ਬੱਚੋ ਇਹ ਐਲਾਨ ਕਰ ਦਿੰਦੇ ਨੇ ਵੀ ਭਾਰਤ ਦੇ ਵਿੱਚ ਇਹ ਸੁਤੰਤਰਤਾ ਦਿਵਸ ਦੇ ਤੌਰ 'ਤੇ ਮਨਾਇਆ ਜਾਊਗਾ। ਇਸੇ ਕਰਕੇ ਬੱਚੋ ਆਪਣਾ ਭਾਵਾਂ ਦੀ ਸੰਵਿਧਾਨ ਪਹਿਲਾਂ ਤਿਆਰ ਹੋ ਗਿਆ ਸੀ, ਪਰ 1950 ਨੂੰ ਅਸੀਂ ਲਾਗੂ ਕਿਉਂ ਕੀਤਾ ਸੀ? ਇਹੀ ਕਾਰਨ ਸੀ ਬੱਚੋ, ਕਿਉਂਕਿ ਅਸੀਂ 1930 ਨੂੰ ਹੀ ਅਸੀਂ ਇਹ ਮੰਨ ਲਿਆ ਸੀ ਵੀ ਅਸੀਂ ਜਦੋਂ ਆਜ਼ਾਦ ਹੋਵਾਂਗੇ ਤਾਂ ਜਾਂ ਹਰ ਵਾਰੀ ਅਸੀਂ ਸੁਤੰਤਰਤਾ ਦਿਵਸ 26 ਜਨਵਰੀ 1930 ਨੂੰ ਹੀ ਮਨਾਇਆ ਕਰਾਂਗੇ। ਅਸੀਂ ਉਦੋਂ ਹੀ ਮਿੱਥ ਲਿਆ ਸੀ ਬੱਚੋ। ਤਾਂ ਬੱਚੋ ਉਹਦੀ ਅਸੀਂ ਪ੍ਰਣ ਲੈ ਲਿਆ ਸੀ ਵੀ ਇੱਕ ਦਿਨ ਅਸੀਂ ਆਜ਼ਾਦ ਹੋਵਾਂਗੇ, ਭਾਵੇਂ ਇਹ ਸਾਨੂੰ 20 ਸਾਲ ਲੱਗ ਗਏ, ਪਰ 1930 ਦੇ ਵਿੱਚ ਹੀ ਕਾਂਗਰਸੀ ਲੀਡਰਾਂ ਨੇ ਇਹ ਮਿੱਥ ਲਿਆ ਸੀ। ਬੱਚੋ ਮੈਨੂੰ ਆਸ ਹੈ ਵੀ ਤੁਹਾਡੇ ਲਾਰਡ ਇਰਬਨ ਨਹੀਂ ਭੁੱਲਣਾ, ਕਿਉਂਕਿ ਇਹਦੇ ਤੋਂ ਕੰਮ ਤੁਹਾਨੂੰ ਪਤਾ ਲੱਗ ਗਿਆ ਹੋਣਾ। ਪਹਿਲੀ ਗੋਲ ਮੇਜ਼ ਕਾਨਫਰੰਸ, ਲਾਹੌਰ ਅਧੀਵੇਸ਼ਨ, ਸਿਵਲ ਨਾ ਫਰਮਾਨੀ, ਜਤਨ ਦਾਸ ਦਾ ਭੁੱਖ ਹੜਤਾਲ ਨਾ ਮਰਨਾ, ਅਤੇ ਬੱਚੋ ਸਾਈਮਨ ਕਮਿਸ਼ਨ ਦਾ ਭਾਰਤ ਆਉਣਾ, ਇਹ ਕੰਮ ਲਾਰਡ ਇਰਬਨ ਦੇ ਦੌਰਾਨ ਹੀ ਹੋਏ ਬੱਚੋ। ਇਸ ਤੋਂ ਬੱਚੋ ਅਗਲੀ ਤਸਵੀਰ ਤੁਸੀਂ ਦੇਖੋ, ਇਹ ਹੈਗਾ ਬੱਚੋ ਲਾਰਡ ਵਲਿੰਗਟਨ 1931 ਤੋਂ ਲੈ ਕੇ 1936। ਲਾਰਡ ਵਲਿੰਗਟਨ ਬੱਚੋ ਦੂਸਰੀ ਗੋਲ ਮੇਜ਼ ਕਾਨਫਰੰਸ ਇਹਦੇ ਕਾਲ ਦੇ ਦੌਰਾਨ ਹੋਈ। ਹੁਣ ਬੱਚੋ ਤੁਸੀਂ ਸੋਚੋਗੇ ਗੋਲ ਮੇਜ਼ ਸਰ ਕੀ ਬੋਲ ਰਹੇ ਨੇ? ਗੋਲ ਮੇਜ਼ ਕਾਨਫਰੰਸ ਦੇ ਵਿੱਚ ਲੰਡਨ ਦੇ ਵਿੱਚ ਬੁਲਾਈ ਗਈ ਸੀ ਭਾਰਤੀਆਂ ਨੂੰ ਸ਼ਾਂਤ ਕਰਨ ਵਾਸਤੇ, ਭਾਰਤੀਆਂ ਨੂੰ ਦਾ ਕੋਈ ਨਾ ਕੋਈ ਹੱਲ ਕੱਢਣ ਵਾਸਤੇ, ਰਾਜਨੀਤਿਕ ਪ੍ਰੋਬਲਮ ਕੱਢਣ ਵਾਸਤੇ, ਇੱਥੋਂ ਤੱਕ ਕਿ ਸੰਵਿਧਾਨ ਦੇ ਕਿਉਂਕਿ ਅਸੀਂ ਉਸ ਸਮੇਂ ਆਜ਼ਾਦ ਹੋਣਾ ਚਾਹੁੰਦੇ ਸੀ, ਸਵਰਾਜ ਬਣਨਾ ਚਾਹੁੰਦੇ ਸੀ। ਤਾਂ ਇੱਕ ਤਰ੍ਹਾਂ ਬੱਚੋ ਅਤੇ ਪਹਿਲੀ ਗੋਲ ਮੇਜ਼ ਕਾਨਫਰੰਸ ਦੇ ਦੌਰਾਨ ਬੱਚੋ ਕਾਂਗਰਸੀ ਬੰਦਾ ਕੋਈ ਨਹੀਂ ਗਿਆ ਸੀ, ਕਿਉਂਕਿ ਸਿਵਲ ਨਾ ਫਰਮਾਨੀ ਦੌਰਾਨ ਗਾਂਧੀ ਜੀ ਫੜੇ ਗਏ ਸੀ। ਤਾਂ ਬੱਚੋ ਲਾਰਡ ਇਰਬਨ ਨੇ ਭਾਵੇਂ ਇਹਨੂੰ ਜਾ ਕੇ ਮਨਾ ਲਿਆ ਸੀ। ਦੂਸਰੀ ਗੋਲ ਮੇਜ਼ ਕਾਨਫਰੰਸ ਦੌਰਾਨ ਗਾਂਧੀ ਜੀ ਗਏ ਸੀ।
ਤਾਂ ਪਹਿਲੀ ਦੌਰਾਨ ਨਹੀਂ ਗਏ ਸੀ, ਪੁੱਛ ਲੈਂਦੇ ਬੱਚਿਓ। ਤਾਂ ਦੂਸਰੀ ਗੋਲਮੇਜ ਕਾਨਫਰੰਸ ਦੇ ਦੌਰਾਨ ਕੌਣ ਵਾਇਸਰਾਏ ਸੀ? ਲਾਰਡ ਵਲਿੰਗਟਨ। ਤਾਂ ਦੂਸਰੀ ਗੋਲਮੇਜ ਕਾਨਫਰੰਸ ਹੋਈ ਬੱਚਿਓ, ਭਾਵੇਂ ਇਹ ਵੀ ਪਹਿਲੀ ਵੀ ਫੇਲ ਹੋ ਗਈ ਸੀ, ਅਸਫਲ ਹੋ ਗਈ ਸੀ, ਦੂਸਰੀ ਵੀ ਅਸਫਲ ਹੋ ਗਈ ਸੀ। ਕਾਰਨ ਬੱਚਿਓ ਆਪਸੀ ਮਤਭੇਦ। ਤਾਂ ਬੱਚਿਓ ਇੱਥੇ ਬੱਚਿਓ ਆ ਕੇ ਜਦੋਂ ਗਾਂਧੀ ਨੇ ਇਹ ਉੱਥੋਂ ਲੰਡਨ ਤੋਂ ਦੂਸਰੀ ਗੋਲਮੇਜ ਕਾਨਫਰੰਸ ਰੱਖੀ ਸੀ, ਜਦੋਂ ਉੱਥੋਂ ਆ ਕੇ ਫਿਰ ਚਲਾਇਆ ਸੀ ਸਿਵਲ ਲਾਪਰਵਾਨੀ ਦੀ ਸ਼ੁਰੂਆਤ ਦੁਬਾਰੇ ਚਲਾਤਾ ਸੀ 1 ਜਨਵਰੀ 1932 ਨੂੰ। ਤਾਂ ਬੱਚਿਓ ਇੱਕ ਇੱਥੇ ਹੁਣ ਇਹਨਾਂ ਦਾ ਪ੍ਰਧਾਨ ਮੰਤਰੀ ਹੈ ਰੈਮਜੇ ਮੈਕਡੋਨਲ। ਉਹਨੇ ਬੱਚਿਓ ਸੰਪਰਦਾਇਕਤਾ ਅਵਾਰਡ ਦੀ ਘੋਸ਼ਣਾ ਕਰਤੀ। ਤੁਹਾਨੂੰ ਮੈਂ ਦੱਸਿਆ ਸੀ ਬੱਚਿਓ ਲਾਰਡ ਮਿੰਟੋ ਨੇ ਸੰਪਰਦਾਇਕਤਾ ਫੈਲਾਈ ਹੋਈ ਸੀ, ਉਹਨੇ ਸੰਪਰਦਾਇਕਤਾ ਅਵਾਰਡ ਦੇਣਾ ਸ਼ੁਰੂ ਕਰਤਾ 16 ਅਗਸਤ 1932 ਨੂੰ। ਕਿਹਦੇ ਦੌਰਾਨ? ਲਾਰਡ ਵਲਿੰਗਟਨ ਦੇ ਦੌਰਾਨ ਬੱਚਿਓ। ਤਾਂ ਤੀਸਰੀ ਗੋਲਮੇਜ ਕਾਨਫਰੰਸ ਵੀ ਇਸੇ ਦੌਰਾਨ ਹੋਈ ਸੀ ਬੱਚਿਓ। ਦੂਸਰੀ ਤੇ ਤੀਸਰੀ ਕਿਹਦੇ ਦੌਰਾਨ ਹੋਈ ਸੀ? ਲਾਰਡ ਵਲਿੰਗਟਨ ਦੇ ਦੌਰਾਨ ਬੱਚਿਓ। ਤੇ ਬੱਚਿਓ ਸਭ ਤੋਂ ਵੱਡਾ ਕੰਮ ਹੋਇਆ ਭਾਰਤ ਸਰਕਾਰ ਐਕਟ 1935 ਪਾਸ ਹੋਇਆ। ਭਾਰਤ ਸਰਕਾਰ 1935 ਬੱਚੇ ਬਹੁਤ ਵਾਰੀ ਪੁੱਛ ਲੈਂਦਾ ਵੀ ਜਿਹੜਾ ਭਾਰਤੀ ਸੰਵਿਧਾਨ ਹੈ ਉਹਦਾ ਸਭ ਵੱਡਾ ਹਿੱਸਾ ਕਿੱਥੋਂ ਲੈ ਗਿਆ। ਭਾਰਤੀ ਅੱਜ ਜਿਹੜਾ ਆਧੁਨਿਕ ਆਪਣਾ ਸੰਵਿਧਾਨ ਹੈ ਤਾਂ ਉਹ ਬੱਚਿਓ 1935 ਦੇ ਐਕਟ ਦੇ ਵਿੱਚੋਂ ਲਿਆ ਗਿਆ ਸੀ। ਬਹੁਤ ਸਾਰੀਆਂ ਅਨੁਸੂਚੀਆਂ, ਬਹੁਤ ਸਾਰੇ ਐਕਟ ਨੇ ਜਿਹੜੇ ਅੱਜ ਵੀ ਅਸੀਂ 1935 ਵਾਲੇ ਐਕਟ ਦੇ ਹੀ ਵਰਤ ਰਹੇ ਹਾਂ, ਇਹ ਯਾਦ ਰੱਖਣਾ ਬੱਚਿਓ। ਤਾਂ ਬੱਚਿਓ ਇੱਥੇ ਦੁਬਾਰਾ ਮੇਰੇ ਰਿਪੀਟ ਕਰਦਾ ਬੱਚਿਓ ਇਹਦੇ ਕੰਮ। ਪਹਿਲੀ ਤੇ ਦੂਸਰੀ ਗੋਲਮੇਜ ਕਾਨਫਰੰਸ ਇਹਦੇ ਦੌਰਾਨ ਹੋਈ। ਤਾਂ ਦੂਸਰੀ ਬੱਚਿਓ ਤੇ ਸਿਵਲ ਲਾਪਰਵਾਨੀ ਦੁਬਾਰੇ ਚਲਾਤਾ ਗਾਂਧੀ ਜੀ ਨੇ। ਦੂਸਰਾ ਕਮਿਊਨਲ ਅਵਾਰਡ ਜਾਂ ਸੰਪਰਦਾਇਕਤਾ ਅਵਾਰਡ ਵੀ ਮੈਕਡੋਨਲ ਨੇ, ਰੈਮਜੇ ਮੈਕਡੋਨਲ ਨੇ 1932 ਦੇ ਵਿੱਚ ਇਸੇ ਕਾਲ ਦੇ ਦੌਰਾਨ ਚਲਾਇਆ ਸੀ। ਤਾਂ ਬੱਚਿਓ ਮੈਨੂੰ ਆਸ ਹੈ ਵੀ ਤੁਹਾਡੇ ਲਾਰਡ ਵਲਿੰਗਟਨ ਫਿੱਟ ਬੈਠ ਕੇ ਹੋਣਾ ਦਿਮਾਗ ਦੇ ਵਿੱਚ। ਇਸ ਤੋਂ ਬੱਚਿਓ ਅਗਲਾ ਤੁਸੀਂ ਦੇਖੋ, ਇਹ ਹੈਗਾ ਲਾਰਡ ਲਿਨਲਿਥਗੋ। ਕਿਹੜਾ ਬੱਚਿਓ? ਲਾਰਡ ਲਿਨਲਿਥਗੋ 1936 ਤੋਂ ਲੈ ਕੇ 1943 ਤੱਕ। 1936 ਤੋਂ ਲੈ ਕੇ 1943 ਤੱਕ ਕੌਣ ਹੈ ਬੱਚਿਓ? ਲਾਰਡ ਲਿਨਲਿਥਗੋ। ਬੱਚਿਓ ਇੱਕ ਤਾਂ ਇਹਦੇ ਕਾਲ ਦੇ ਦੌਰਾਨ ਸਭ ਤੋਂ ਵੱਡਾ ਕੰਮ ਕੀ ਹੋਇਆ? ਤੁਸੀਂ ਪਹਿਲਾਂ ਆਪਣਾ ਦਿਮਾਗ ਲਾਓ ਥੋੜ੍ਹਾ ਜਿਹਾ ਵੀ ਇਹਦੇ ਮੱਥੇ ਤੇ ਤਿਉੜੀਆਂ ਜਿਹੀਆਂ ਨੇ ਵੀ ਕੰਮ ਤਾਂ ਇਹਨੇ ਭੈੜੀ ਕੀਤਾ ਹੋਣਾ। 1 ਸਤੰਬਰ 1939 ਨੂੰ ਕੀ ਸ਼ੁਰੂ ਹੋਇਆ ਸੀ? ਡੇਟ ਮੈਂ ਤੁਹਾਨੂੰ ਦਿੱਤੀ ਬੱਚਿਓ 1 ਸਤੰਬਰ 1939। 39 ਦੇਖੋ ਬੱਚਿਓ ਬਹੁਤ ਭਿਆਨਕ ਡੇਟ ਜੀ ਇਹ। ਦੂਸਰਾ ਵਿਸ਼ਵ ਯੁੱਧ ਬੱਚਿਓ 1 ਸਤੰਬਰ 1939 ਨੂੰ ਦੂਸਰਾ ਵਿਸ਼ਵ ਯੁੱਧ ਹੋਇਆ ਸੀ ਬੱਚਿਓ। ਇਹ ਉਹੀ ਵਿਸ਼ਵ ਯੁੱਧ ਹੈ ਜਿਹੜਾ ਜਾਪਾਨ ਦੇ ਨਾਗਾਸਾਕੀ ਤੇ ਹੀਰੋਸ਼ੀਮਾ ਦੇ ਵਿੱਚ ਪਰਮਾਣੂ ਬੰਬ ਡਿੱਗਣ ਕਰਕੇ ਤੇ 1945 ਨੂੰ ਖਤਮ ਹੋਊਗਾ। ਐਡਾ ਭਿਆਨਕ ਯੁੱਧ 1939 ਨੂੰ ਚੱਲਿਆ ਸੀ ਬੱਚਿਓ, 45-46 ਤੱਕ ਪਹੁੰਚ ਜਾਂਦਾ, ਜਿਹਦੇ ਮਾਰੂ ਪ੍ਰਭਾਵ ਅੱਜ ਤੱਕ ਚੱਲੇ ਜਾ ਰਹੇ ਨੇ। ਇਸੇ ਕਾਲ ਦੇ ਦੌਰਾਨ ਹੋਇਆ ਸੀ ਬੱਚਿਓ। ਭਾਵੇਂ ਟੱਚ ਇੰਗਲਿਸ਼ ਵਾਰ ਪੁੱਛ ਲੈਂਦੇ ਨੇ ਬੱਚਿਓ ਵੀ ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ ਤਾਂ ਭਾਰਤ ਦੇ ਵਿੱਚ ਕਿਹੜਾ ਵਾਇਸਰਾਏ ਸੀ? ਤਾਂ ਉਹ ਲਿਨਲਿਥਗੋ ਸੀ ਬੱਚਿਓ। ਤਾਂ ਦੂਸਰਾ ਬੱਚਿਓ ਕੰਮ ਇਹਦਾ ਸੀ 1947 ਦੇ ਵਿੱਚ ਚੋਣਾਂ ਹੋਈਆਂ ਭਾਰਤ ਦੇ ਵਿੱਚ। ਤਾਂ ਬੱਚਿਓ ਇੱਥੇ ਚੋਣਾਂ ਹੋਈਆਂ, ਭਾਵੇਂ ਚੋਣਾਂ 'ਚ ਕਾਂਗਰਸ ਜਿੱਤ ਗਈ ਸੀ, ਮੁਸਲਿਮ ਲੀਗ ਨੂੰ ਘੱਟ ਉਹ ਮਿਲੀਆਂ। ਅਲੱਗ-ਅਲੱਗ ਬੱਚਿਓ ਚੋਣਾਂ ਦੇ ਵਿੱਚ ਜਿੱਤਾਂ ਹਾਰਾਂ ਹੋਈਆਂ, ਉਹ ਆਪਾਂ ਕਿਸੇ ਹੋਰ ਟੌਪਿਕ ਦੇ ਅਧੀਨ ਕਰਾਂਗੇ। ਪਰ ਇੱਥੇ ਇਹ ਰੱਖ ਲਿਓ 1937 ਨੂੰ ਚੋਣਾਂ ਹੋਈਆਂ। ਕਿਹਦਾ ਉਦੋਂ ਵਾਇਸਰਾਏ ਕੌਣ ਸੀ? ਲਿਨਲਿਥਗੋ। ਬੱਚਿਓ ਇੱਕ ਯਾਦ ਪੁਆਇੰਟ ਹੋਰ ਰੱਖਣਾ ਤੁਸੀਂ, 1 ਮਈ 1939 ਨੂੰ ਸੁਭਾਸ਼ ਚੰਦਰ ਬੋਸ ਨੇ ਪਾਰਟੀ ਦੀ ਸਥਾਪਨਾ ਕੀਤੀ। ਇਹ ਯਾਦ ਰਹੇ ਤੁਹਾਡੇ। ਫਾਰਵਰਡ ਬਲਾਕ ਕਿਹੜੇ ਬੱਚਿਓ? ਤੁਹਾਨੂੰ ਉਹੀ ਉਲਝਾ ਲੈਂਦੇ ਨੇ ਐਗਜ਼ਾਮੀਨਰ ਵੀ ਆਜ਼ਾਦ ਕੁਛ ਪਾ ਕੇ ਅੱਗੇ ਪਿੱਛੇ, ਤਾਂ ਉੱਥੇ ਉਲਝਣਾ ਨਹੀਂ ਬੱਚਿਓ। ਸੁਭਾਸ਼ ਚੰਦਰ ਬੋਸ ਨੇ 1 ਮਈ 1939 ਨੂੰ ਫਾਰਵਰਡ ਬਲਾਕ ਦੀ ਸਥਾਪਨਾ ਕੀਤੀ ਸੀ। ਕਿਹਦੀ ਬੱਚਿਓ? ਫਾਰਵਰਡ ਬਲਾਕ ਦੀ। ਕਾਰਨ ਇਹਦਾ ਇਹ ਸੀ ਬੱਚਿਓ, ਇਹਨੇ 1939 ਦੇ ਵਿੱਚ ਇਹਨੇ ਆਪਣੇ ਇਹ ਤੋਂ ਅਸਤੀਫਾ ਦੇ ਦਿੱਤਾ ਸੀ ਭਾਰਤੀ ਕਾਂਗਰਸ ਤੋਂ, ਤਾਂ ਆਪਣੀ ਇੱਕ ਪਾਰਟੀ ਬਣਾਈ ਸੀ ਇਹਨੇ ਫਾਰਵਰਡ ਬਲਾਕ 1939 ਨੂੰ। ਤਾਂ ਬੱਚਿਓ ਇੱਥੇ ਇੱਕ ਹੋਰ ਕਾਂਡ ਹੋ ਜਾਂਦਾ ਇਸੇ ਕਾਲ ਦੇ ਦੌਰਾਨ। ਮੁਸਲਿਮ ਲੀਗ ਨੇ ਲਾਹੌਰ ਜਿਹੜਾ ਸੈਸ਼ਨ ਸੀ ਉੱਥੇ ਪਾਕਿਸਤਾਨ ਦੀ ਮੰਗ ਕਰ ਲਈ। ਬੱਚਿਓ ਤੁਸੀਂ ਅੱਜ ਵੀ ਸੁਣ ਕੇ ਐਂ ਲੱਗਦਾ ਵੀ ਪਾਕਿਸਤਾਨ ਅਲੱਗ ਆਪਣੇ ਇੱਕ ਅੰਗ ਸੀ, ਅਲੱਗ ਹੋ ਗਿਆ,
ਬੱਚਿਓ 1939 ਨੂੰ 1940 ਦੇ ਵਿੱਚ ਇਹ ਪੂਰੀ ਲਾਹੌਰ ਸੈਸ਼ਨ ਦੇ ਦੌਰਾਨ ਹੀ ਹੋ ਗਈ ਸੀ ਮੰਗ ਸ਼ੁਰੂ। ਭਾਵੇਂ ਦੀ ਰਹਿਮਤ ਅਲੀ ਵਰਗੇ ਨੇ ਇਹਦਾ ਸ਼ਬਦ ਨੂੰ ਪਾਕ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਡਿਵਾਈਡ ਕੀਤਾ। ਤਾਂ ਬੱਚਿਓ ਤੁਹਾਨੂੰ ਇੱਕ ਯਾਦ ਰੱਖਣਾ ਵੀ ਪਾਕਿਸਤਾਨ ਦਾ ਆਈਡੀਆ ਸਭ ਤੋਂ ਪਹਿਲਾਂ ਕਿਹਨੇ ਦਿੱਤਾ ਸੀ ਬਣਾਉਣ ਦਾ? ਉਹ ਆ ਬੱਚਿਓ ਇੱਕੋ ਇੱਕ ਸ਼ਖਸ ਇਕਬਾਲ, ਮੁਹੰਮਦ ਇਕਬਾਲ। ਹੁਣ ਤੁਹਾਨੂੰ ਮੁਹੰਮਦ ਇਕਬਾਲ ਪਤਾ ਨਹੀਂ ਹੋਣਾ, ਪਰ ਜੇ ਮੈਂ ਇਸ ਨੂੰ ਯਾਦ ਕਰਾਂ ਤਾਂ ਤੁਹਾਡੀ ਯਾਦ ਆ ਜੂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਇਹ ਸ਼ਬਦ ਇਹ ਗੀਤ ਬੱਚਿਓ ਮੁਹੰਮਦ ਇਕਬਾਲ ਦਾ ਲਿਖਿਆ ਹੋਇਆ। ਪਰ ਬੱਚਿਓ ਇਸੇ ਨੇ ਪਹਿਲਾਂ ਆਈਡੀਆ ਦਿੱਤਾ, ਪਰ ਇਸ ਤੋਂ ਬਾਅਦ ਭਾਵੇਂ ਇਹਨੇ ਗੀਤ ਦੇ ਬੋਲ ਚੇਂਜ ਕਰ ਲਏ ਸੀ, ਪਰ ਆਈਡੀਆ ਪਾਕਿਸਤਾਨ ਬਣਾਉਣ ਦਾ ਇਸੇ ਦਾ ਸੀ। ਅੱਗੇ ਬੱਚਿਓ ਪਾਕਿਸਤਾਨ ਸ਼ਬਦ ਕਿਸੇ ਹੋਰ ਨੇ ਦਿੱਤਾ। ਫਿਰ ਭਾਵੇਂ ਅੰਗਰੇਜ਼ਾਂ ਦੇ ਫੁੱਟ ਪਾਓ ਰਾਜ ਕਰੋ ਦੀ ਨੀਤੀ ਸਫਲ ਹੋਈ ਇੱਥੇ, ਪਰ ਬੱਚਿਓ ਸਭ ਤੋਂ ਵੱਡਾ ਦੁੱਖ ਇਹ ਵੀ ਹੈ ਵੀ ਆਪਣਾ ਇੱਕ ਬਹੁਤ ਵੱਡਾ ਅੰਗ ਵੱਖ ਕਰ ਗਏ ਇਹ। ਚਲੋ ਬੱਚਿਓ ਲਾਰਡ ਲਿਨਥ ਦੇ ਬਾਰੇ ਆਪਾਂ ਇਹ ਵੀ ਪਤਾ ਕਰ ਲਈ। ਪਾਕਿਸਤਾਨ ਦੀ ਮੰਗ ਸ਼ੁਰੂ ਹੋ ਗਈ ਸੀ ਇੱਥੇ ਮੁਸਲਿਮ ਲੀਗ ਲਾਹੌਰ ਸੈਸ਼ਨ ਦੇ ਦੌਰਾਨ। ਅਤੇ ਬੱਚਿਓ ਅਤੇ ਇੱਥੇ 1942 ਦੇ ਵਿੱਚ ਕ੍ਰਿਪਸ ਮਿਸ਼ਨ ਆਉਂਦਾ ਬੱਚਿਓ। ਕ੍ਰਿਪਸ ਮਿਸ਼ਨ ਕਹਿੰਦਾ ਵੀ ਅਸੀਂ ਤੁਹਾਨੂੰ ਆਜ਼ਾਦ ਕਰ ਦਾਂਗੇ, ਆਜ਼ਾਦ ਨਹੀਂ ਕਰ ਦਾਂਗੇ, ਤੁਹਾਨੂੰ ਡੋਮੀਨੈਂਟ ਸਟੇਟ ਦੇ ਦਾਂਗੇ। ਡੋਮੀਨੈਂਟ ਸਟੇਟ ਹੁੰਦਾ ਬੱਚਿਓ ਵੀ ਰਾਜ ਉੱਪਰ ਅਸੀਂ ਕਰਾਂਗੇ, ਤੁਸੀਂ ਆਪਣੀਆਂ ਸਰਕਾਰਾਂ ਚਲਾਈ ਜਾਓ, ਆਪਣਾ ਸਿਸਟਮ ਚਲਾਈ ਜਾਇਓ। ਤਾਂ ਬੱਚਿਓ ਆਪਣੇ ਜਿਹੜੇ ਲੀਡਰ ਸੀ ਉਹਨਾਂ ਨੇ ਇਹ ਵੀ ਮਨਾ ਕਰਤਾ ਸੀ ਵੀ ਅਸੀਂ ਤਾਂ ਇਹ ਡੋਮੀਨੈਂਟ ਸਟੇਟ ਚਾਹੀਦਾ ਨਹੀਂ, ਅਸੀਂ ਤਾਂ ਆਜ਼ਾਦ ਹੋਣਾ ਹੁਣ। ਤਾਂ ਬੱਚਿਓ ਇੱਥੇ ਭਾਰਤ ਛੱਡੋ ਅੰਦੋਲਨ ਚਲਾਤਾ ਗਾਂਧੀ ਜੀ ਨੇ। ਭਾਰਤ ਛੱਡੋ ਅੰਦੋਲਨ ਚਲਾਤਾ ਬੱਚਿਓ। ਕਰੋ ਜਾਂ ਮਰੋ ਦਾ ਨਾਅਰਾ ਦਿੱਤਾ। ਉੱਧਰੋਂ ਬੱਚਿਓ ਸੁਭਾਸ਼ ਚੰਦਰ ਬੋਸ ਬਹੁਤ ਆਪਣੀ ਪਾਰਟੀ ਫਾਰਵਰਡ ਬਲਾਕ ਅਤੇ ਆਜ਼ਾਦ ਹਿੰਦ ਫੌਜ ਅਤੇ ਇਸ ਤੋਂ ਬਾਅਦ ਬੱਚਿਓ ਗਰਮ ਦਲ ਦੇ ਜਿਹੜੇ ਲੀਡਰ ਸੀ ਬਹੁਤ ਇੱਥੇ ਕੀ ਹੋ ਰਹੇ ਨੇ, ਗਰਮ ਹੋ ਰਹੇ ਨੇ ਬੱਚਿਓ। ਇਹ ਕਹਿ ਲਈਏ ਆਪਾਂ ਪੂਰਾ ਭਖਿਆ ਹੋਇਆ ਮੈਦਾਨ ਹੈ। ਆਜ਼ਾਦ ਹੋਣ ਵਾਸਤੇ ਅਸੀਂ ਇਕੱਲੀ ਇਕੱਲੀ ਕੋਸ਼ਿਸ਼ ਇਕੱਲਾ ਭਾਰਤੀ ਕਰ ਰਿਹਾ ਤਾਂ ਇਹ ਯਾਦ ਰੱਖਣਾ ਬੱਚਿਓ। ਇਸ ਤੋਂ ਬਾਅਦ ਬੱਚਿਓ ਭਾਰਤ ਛੱਡੋ ਅੰਦੋਲਨ ਤੋਂ ਬਾਅਦ ਕ੍ਰਿਪਸ ਮਿਸ਼ਨ ਵੀ ਇੱਥੇ ਫੇਲ ਹੋ ਗਿਆ ਇਹਨਾਂ ਦਾ। ਭਾਰਤ ਛੱਡੋ ਅੰਦੋਲਨ ਚੱਲਦਾ ਰਿਹਾ ਬੱਚਿਓ, ਜਿਹਨੇ ਹਰੇਕ ਭਾਰਤੀ ਨਾਗਰਿਕ ਨੂੰ ਜਾਗਰੂਕ ਕੀਤਾ। ਅਗਲਾ ਆਪਣਾ ਬੱਚਿਓ ਇਹ ਹੈਗਾ ਬੱਚਿਓ ਲਾਰਡ ਬਾਵੇਲ ਯੋਜਨਾ ਵੀ ਤੁਹਾਨੂੰ ਯਾਦ ਹੋਊ ਬੱਚਿਓ। ਆਹ ਦੇਖ ਲਓ ਬੱਚਿਓ, ਇਹ ਦੋਨੇ ਫੋਟੋਆਂ ਇਹਦੀਆਂ ਨੇ, ਇੱਕ ਵਾਰੀ ਚੈੱਕ ਆਊਟ ਕਰ ਲਓ। ਲਾਰਡ ਬਾਵੇਲ ਬੱਚਿਓ, ਲਾਰਡ ਬਾਵੇਲ 1943 ਤੋਂ ਲੈ ਕੇ 1947 ਤੱਕ ਰਿਹਾ। 1943 ਤੋਂ ਲੈ ਕੇ 1947 ਤੱਕ ਰਿਹਾ ਬੱਚਿਓ। ਤਾਂ ਬੱਚਿਓ ਇਹਦਾ ਸਭ ਤੋਂ ਵੱਡਾ ਗਾ ਸਿਮਲਾ ਸਮਝੌਤਾ 1945 ਦੇ ਵਿੱਚ ਬੱਚਿਓ ਸ਼ਿਮਲਾ ਸਮਝੌਤਾ ਹੋਇਆ। ਇਸ ਬੰਦੇ ਨੇ ਕਾਂਗਰਸੀ ਲੈ ਲਏ, ਮੁਸਲਿਮ ਲੀਗ ਲੈ ਗਈ ਬੱਚਿਓ ਅਤੇ ਕੁਛ ਹੋਰ ਆਗੂ ਲੈ ਲਏ। ਤਾਂ ਇਹਨੇ ਸ਼ਿਮਲਾ ਦੇ ਵਿੱਚ ਇੱਕ ਸਮਝੌਤਾ ਕਰਾਉਣਾ ਚਾਹਿਆ ਵੀ ਤੁਹਾਨੂੰ ਅਸੀਂ ਆਜ਼ਾਦੀ ਦੇ ਬਾਰੇ ਇਹਨੇ ਥੋੜ੍ਹੇ ਚਿੰਨ੍ਹ ਦਿੱਤੇ ਅਤੇ ਵੀ ਡੋਮੀਨੈਂਟ ਸਟੇਟ ਦੇ ਦਾਂਗੇ ਥੋੜ੍ਹਾ ਜਿਹਾ ਬੱਚਿਓ ਉਹ ਕੀਤਾ ਇਹਨੇ ਜਾਣੀ ਕਿ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਵੀ ਇਹਦਾ ਕਾਰਨ ਇਹ ਸੀ ਬੱਚਿਓ ਵੀ ਇਸ ਦੌਰਾਨ ਵਿਸ਼ਵ ਯੁੱਧ ਦੇ ਦੌਰਾਨ ਕਰਕੇ ਇੰਗਲੈਂਡ ਸੀ ਜਿਹੜਾ ਬਹੁਤ ਕੰਗਾਲ ਲਈ ਜਾ ਰਿਹਾ ਸੀ। ਇਹਨਾਂ ਨੂੰ ਇਹ ਸੀ ਵੀ ਭਾਰਤੀ ਸੈਨਾ ਦੇ ਵੱਧ ਤੋਂ ਵੱਧ ਲਾਹਾ ਖੱਟਿਆ ਜਾਵੇ। ਤਾਂ ਇੱਥੇ ਬੱਚਿਓ ਸ਼ਿਮਲਾ ਸਮਝੌਤਾ ਤੁਸੀਂ ਯਾਦ ਰੱਖਣਾ 1945 ਦੇ ਵਿੱਚ ਕੀਤਾ ਸੀ। 1946 ਦੇ ਵਿੱਚ ਬੱਚਿਓ ਕੈਬਨਿਟ ਮਿਸ਼ਨ ਆਉਂਦਾ ਹੈ। ਕੈਬਨਿਟ ਮਿਸ਼ਨ ਬੱਚਿਓ ਕ੍ਰਿਪਸ ਮਿਸ਼ਨ ਕੈਬਨਿਟ ਮਿਸ਼ਨ ਬੱਚਿਓ ਇਹਦਾ ਜਿਹੜਾ ਮੈਨੂੰ ਬੱਚਿਓ ਇਹਦਾ ਨਾਮ ਨਹੀਂ ਪੂਰਾ ਯਾਦ ਆ ਰਿਹਾ। ਕ੍ਰਿਪਸ ਨਹੀਂ ਬੱਚਿਓ, ਕੈਬਨਿਟ ਮਿਸ਼ਨ ਦੇ ਵਿੱਚ ਬੱਚਿਓ 3 ਬੰਦੇ ਸੀ, ਮੇਰੇ ਸਲਿੱਪ ਹੋ ਗਏ, ਸੋਰੀ। ਚਲੋ ਬੱਚਿਓ ਕੈਬਨਿਟ ਮਿਸ਼ਨ ਦੇ ਇਸ ਦੇ ਦੌਰਾਨ ਆਇਆ ਬੱਚਿਓ, ਕਿਹਦੇ? ਲਾਰਡ ਬਾਵੇਲ ਦੇ ਦੌਰਾਨ। ਤਾਂ ਬੱਚਿਓ ਕੈਬਨਿਟ ਮਿਸ਼ਨ ਨੇ 1946 ਦੇ ਵਿੱਚ ਇਹ ਘੋਸ਼ਣਾ ਕਰ ਹੀ ਦਿੱਤੀ ਸੀ ਵੀ ਜੇਕਰ ਭਾਰਤੀਆਂ ਤੋਂ ਸਾਨੂੰ ਸਹਾਇਤਾ ਮਿਲੇ ਜਾਂ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਆਜ਼ਾਦੀ ਦੇ ਚਿੰਨ੍ਹ ਇੱਥੇ ਪੂਰੇ ਪ੍ਰਗਟ ਹੋਏ ਕੈਬਨਿਟ ਮਿਸ਼ਨ ਦੇ। ਤਾਂ ਕੈਬਨਿਟ ਮਿਸ਼ਨ ਵੀ ਬੱਚਿਓ ਬਹੁਤਾ ਸਫਲ ਨਹੀਂ ਹੋਏ ਭਾਵੇਂ, ਫਿਰ ਵੀ ਇਸ ਤੋਂ ਬਾਅਦ ਬੱਚਿਓ ਇੰਗਲੈਂਡ ਦਾ ਪ੍ਰਧਾਨ ਮੰਤਰੀ ਇੱਕ ਐਟਲੀ
ਇੰਗਲੈਂਡ ਦਾ ਪ੍ਰਧਾਨ ਮੰਤਰੀ ਬੱਚੋ ਕੌਣ ਹੈ? ਐਟਲੀ। 20 ਫਰਵਰੀ 1947 ਨੂੰ ਉਹਨੇ ਘੋਸ਼ਣਾ ਕਰਤੀ, ਭਾਰਤ ਦੀ ਸੁਤੰਤਰਤਾ ਦੀ ਘੋਸ਼ਣਾ ਕਰਤੀ 20 ਫਰਵਰੀ 1947 ਨੂੰ। ਤਾਂ ਇਹ ਬਹੁਤ ਵਾਰੀ ਪੁੱਛ ਲੈਂਦੇ ਨੇ ਬੱਚੋ ਵੀ ਜਦੋਂ ਅਸੀਂ ਭਾਰਤ ਆਜ਼ਾਦ ਹੋਇਆ ਤਾਂ ਉਸ ਸਮੇਂ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਸੀ? ਸੌਰੀ, ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਉਹ ਸੀ ਐਟਲੀ। ਇਹਨੇ ਘੋਸ਼ਣਾ ਕੀਤੀ ਸੀ ਬੱਚੋ 20 ਫਰਵਰੀ 1947 ਨੂੰ। ਇੱਕ ਯਾਦ ਰੱਖਣਾ ਬੱਚੋ, ਕੈਬਨਿਟ ਮਿਸ਼ਨ ਆਇਆ ਸੀ। ਇਹ ਵੀ ਸਾਡੀਆਂ ਸਮੱਸਿਆਵਾਂ ਹੱਲ ਕਰ ਭਾਵੇਂ ਫੇਲ ਰਿਹਾ ਹੈ, ਸਫਲ ਰਿਹਾ, ਬਾਹਲਾ ਸਫਲ ਨਹੀਂ ਰਿਹਾ, ਪਰ ਤੇ ਇੱਕ ਸ਼ਿਮਲਾ ਸਮਝੌਤਾ ਕੀਤਾ ਲਾਰਡ ਬਵੇਲ ਨੇ, ਠੀਕ ਹੈ ਜੀ। ਤੇ ਦੂਸਰਾ ਬੱਚੋ 20 ਫਰਵਰੀ 1947 ਨੂੰ ਕੀ ਕਰਤਾ? ਭਾਰਤ ਨੂੰ ਆਜ਼ਾਦ ਕਰਨ ਦੀ ਘੋਸ਼ਣਾ ਕਰਤੀ। ਬੱਚੋ ਲਾਸਟ ਗਵਰਨਰ ਜਨਰਲ ਆਪਾਂ ਕਰਨ ਜਾ ਰਹੇ ਹਾਂ। ਇਹ ਹੈਗਾ ਬੱਚੋ, ਇੱਕ ਪਹਿਲੀ ਤਸਵੀਰ ਦੇਖੋ, ਇਹ ਹੈਗੇ ਨੇ ਬੱਚੋ ਮਾਊਂਟ ਬੇਟਨ, ਲਾਰਡ ਮਾਊਂਟ ਬੇਟਨ। ਹੁਣ ਤੁਸੀਂ ਬੱਚੋ ਇੱਥੇ ਇਹ ਯਾਦ ਰੱਖਿਓ, ਭਾਰਤ ਦਾ ਲਾਸਟ ਗਵਰਨਰ ਜਨਰਲ ਤੇ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ। ਤੁਹਾਨੂੰ ਪੁੱਛ ਲਿਆ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਬੱਚੋ ਇਹੀ ਆ, ਇਹਦਾ ਕਾਲ ਹੈਗਾ 1947 ਤੋਂ ਲੈ ਕੇ 1948। 1900 ਮਾਰਚ 1947 ਤੋਂ ਲੈ ਕੇ ਜੂਨ 1948 ਤੱਕ ਬੱਚੋ ਇਹ ਰਿਹਾ ਲਾਰਡ ਮਾਊਂਟ ਬੇਟਨ। ਤਾਂ ਬੱਚੋ 24 ਮਾਰਚ 1947 ਨੂੰ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕਰਤਾ ਇਹਨੂੰ। 24 ਮਾਰਚ 1947 ਨੂੰ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕਰਤਾ ਕਿਹਨੇ? ਲਾਰਡ ਮਾਊਂਟ ਬੇਟਨ। 24 ਮਾਰਚ 1947 ਨੂੰ ਯਾਦ ਰੱਖਣਾ ਬੱਚਿਓ। ਭਾਰਤ ਦਾ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਤੁਸੀਂ ਕਿਤੇ ਇਹ ਨਾ ਲਾ ਦਿਓ ਬੱਚਿਓ ਵੀ ਗੋਪਾਲਾਚਾਰੀਆ ਸੀ, ਨਹੀਂ। ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਮਾਊਂਟ ਬੇਟਨ ਹੈ। ਬੱਚਿਓ ਇਸੇ ਨੇ 3 ਜੂਨ 1947 ਨੂੰ 3 ਜੂਨ 1947 ਨੂੰ ਕੀ ਕੀਤਾ? ਭਾਰਤ ਦੀ ਵੰਡ ਦੀ ਯੋਜਨਾ ਘੋਸ਼ਿਤ ਕਰਤੀ। ਕਿਹਨੇ ਕੀਤੀ ਸੀ? ਲਾਰਡ ਮਾਊਂਟ ਬੇਟਨ ਨੇ 3 ਜੂਨ 1947 ਨੂੰ। ਬੱਚਿਓ ਇਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ, 20 ਫਰਵਰੀ 1947 ਨੂੰ ਕੀ ਹੋ ਗਿਆ ਸੀ? ਘੋਸ਼ਣਾ ਹੋ ਗਈ ਸੀ ਇਟਲੀ ਦੁਆਰਾ, ਪ੍ਰਧਾਨ ਮੰਤਰੀ ਇਟਲੀ ਦੁਆਰਾ। ਤੇ ਇਸ ਤੋਂ ਬਾਅਦ ਬੱਚਿਓ 15 ਅਗਸਤ 1947 ਨੂੰ ਕੀ ਹੋਇਆ? ਭਾਰਤ ਆਜ਼ਾਦ ਹੋ ਗਿਆ। ਤਾਂ ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਵੀ ਬਣਨ ਦਾ ਸਿਹਰਾ ਵੀ ਲਾਰਡ ਮਾਊਂਟ ਬੇਟਨ ਨੂੰ ਜਾਂਦਾ ਬੱਚਿਓ। ਤੇ ਮਾਊਂਟ ਬੇਟਨ ਘੋਸ਼ਣਾ ਵੀ ਇਹਨੇ ਕੀਤੀ। ਤੇ ਇਸ ਤੋਂ ਬਾਅਦ ਬੱਚਿਓ ਤੁਹਾਡੇ ਦਿਮਾਗ ਦੇ ਵਿੱਚ ਇੱਕ ਹੋਰ ਮੈਂ ਡਾਊਟ ਕਲੀਅਰ ਕਰਦਾ। ਤੇ ਆਹ ਤੁਹਾਡੇ ਸਾਹਮਣੇ ਇੱਕ ਆਪਣਾ ਗਵਰਨਰ ਜਨਰਲ ਹੈ, ਭਾਰਤੀ ਗਵਰਨਰ ਜਨਰਲ, ਇਸ ਦਾ ਨਾਮ ਦੱਸਿਆ ਜਾਵੇ। ਸੋਚੋ ਬੱਚਿਓ। ਤਾਂ ਬੱਚਿਓ ਇਹਦਾ ਨਾਮ ਹੈ ਸੀ ਗੋਪਾਲਾਚਾਰੀਆ। ਬੱਚਿਓ ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ ਵੀ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਤਾਂ ਲਾਰਡ ਮਾਊਂਟ ਬੇਟਨ ਹੈ। ਤੇ ਜੇ ਪਹਿਲਾ ਭਾਰਤੀ ਪੁੱਛ ਲਿਆ ਬੱਚਿਓ ਗਵਰਨਰ ਜਨਰਲ ਕੌਣ ਹੈ, ਤਾਂ ਸੀ ਗੋਪਾਲਾਚਾਰੀਆ ਹੈ। ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਗਵਰਨਰ ਜਨਰਲ ਉਹ ਸੀ ਗੋਪਾਲਾਚਾਰੀਆ। ਇਸ ਤੋਂ ਬਾਅਦ ਬੱਚਿਓ ਭਾਵੇਂ ਦੀ ਗਵਰਨਰ ਜਨਰਲ ਨਹੀਂ ਬਣੇ, ਤਾਂ ਤੁਸੀਂ ਇੱਥੇ ਤੱਕ ਯਾਦ ਰੱਖਣਾ। ਤੇ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਮਾਊਂਟ ਬੇਟਨ, ਤੇ ਜੇ ਪਹਿਲਾ ਭਾਰਤੀ ਪੁੱਛ ਲਏ ਤਾਂ ਸੀ ਗੋਪਾਲਾਚਾਰੀਆ। ਬੱਚਿਓ ਆਸ ਹੈ ਵੀ ਤੁਹਾਡੇ ਗਵਰਨਰ ਜਨਰਲ ਇੱਥੋਂ ਤੱਕ ਦਿਮਾਗ ਦੇ ਵਿੱਚ ਬੈਠੇ ਹੋਣਗੇ, ਉਸ ਦੇ ਨਾਲ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹ ਵੀ ਤੁਹਾਡੇ ਦਿਮਾਗ ਤੱਕ ਪਹੁੰਚੀ ਹੋਣਗੀਆਂ। ਤਾਂ ਆਸ ਕਰਦਾ ਬੱਚਿਓ ਇਹ ਜਿਹੜੀ ਵੀਡੀਓ ਪਾਰਟ 2 ਹੈ, ਭਾਗ ਨੰਬਰ 2 ਹੈ, ਤੁਹਾਨੂੰ ਚੰਗੇ ਤਰੀਕੇ ਨਾਲ ਲਾਭਦਾਇਕ ਰਹੂਗਾ। ਹਿਸਟਰੀ, ਮਾਡਰਨ ਹਿਸਟਰੀ ਬੱਚਿਓ ਜੇ ਤੁਸੀਂ ਚੰਗੇ ਤਰੀਕੇ ਨਾਲ ਸੁਣਿਆ ਚੰਗੇ ਧਿਆਨ ਨਾਲ, ਤਾਂ ਇਹ ਹਿਸਟਰੀ ਜਿਹੜੀ ਤੁਹਾਡੇ ਬਹੁਤ ਹੀ ਕੰਮ ਆਊ ਬੱਚਿਓ। ਇਕੱਲੇ ਇਕੱਲੇ ਗਵਰਨਰ ਜਨਰਲ ਤੁਹਾਡੇ ਕਰਮ ਵਾਰ, ਕਿਉਂਕਿ ਬੱਚਿਓ ਫੈਕਟ ਤੁਹਾਡੀ ਮੈਮਰੀ ਦੇ ਵਿੱਚ ਉਸੇ ਤਰੀਕੇ ਨਾਲ ਫਿੱਟ ਹੋਣਗੇ ਜੇ ਤੁਸੀਂ ਉਹਨਾਂ ਦੀ ਪਿਕਚਰਾਈਜ਼ੇਸ਼ਨ ਕਰੋਗੇ, ਇਮੈਜੀਨੇਸ਼ਨ ਕਰੋਗੇ। ਤਾਂ ਬੱਚਿਓ ਧੰਨਵਾਦ, ਮਿਲਦੇ ਹਾਂ ਬੱਚਿਓ ਕਿਸੇ ਹੋਰ ਟੌਪਿਕ ਦੇ ਨਾਲ।